ਅੱਜ ਦਾ ਆਪਣਾ ਟੌਪਿਕ ਹੈ ਮੀਨਿੰਗ ਐਂਡ ਕਨਸੈਪਟ ਆਫ ਐਜੂਕੇਸ਼ਨ ਇੰਡੀਅਨ ਐਂਡ ਵੈਸਟਰਨ। ਅੱਜ ਆਪਾਂ ਇੰਡੀਅਨ ਤੇ ਵੈਸਟ ਨੂੰ ਕਨਸੈਪਟ ਕਰਾਂਗੇ ਤੇ ਨਾਲ ਦੀ ਨਾਲ ਐਜੂਕੇਸ਼ਨ ਦਾ ਮੀਨਿੰਗ ਕਰਾਂਗੇ। ਅੱਜ ਅਸੀਂ ਗੱਲ ਕਰਦੇ ਹਾਂ ਮੀਨਿੰਗ ਆਫ ਐਜੂਕੇਸ਼ਨ। ਨਾ ਐਜੂਕੇਸ਼ਨ ਦਾ ਮੀਨਿੰਗ ਕੀ ਹੈ, ਐਜੂਕੇਸ਼ਨ ਮੀਨ ਸਿੱਖਣਾ। ਹੁਣ ਅਸੀਂ ਜਦੋਂ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਬੱਚੇ, ਐਜੂਕੇਸ਼ਨ ਅਸੀਂ ਆਪਣੇ ਜੀਵਨ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਪ੍ਰਾਪਤ ਕਰਦੇ ਹਾਂ। ਜਿਵੇਂ ਅਸੀਂ ਕਹਿ ਸਕਦੇ ਹਾਂ ਜਿਹੜੀ ਐਜੂਕੇਸ਼ਨ ਹੈ ਇਹ ਸਾਡੇ ਜਨਮ ਤੋਂ ਸਟਾਰਟ ਹੋ ਕੇ ਮਰਨ ਤੱਕ ਸਾਡੇ ਨਾਲ ਚੱਲਦੀ ਰਹਿੰਦੀ ਹੈ। ਐਜੂਕੇਸ਼ਨ ਇੱਕ ਪ੍ਰੋਸੈਸ ਹੈ। ਜਿਵੇਂ ਜਿਵੇਂ ਅਸੀਂ ਜੀਵਨ ਦੇ ਵਿੱਚ ਅੱਗੇ ਵੱਧਦੇ ਹਾਂ ਉਵੇਂ ਉਵੇਂ ਅਸੀਂ ਕੁਛ ਨਾ ਕੁਛ ਹਮੇਸ਼ਾ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ। ਉਹਦੇ 'ਚ ਜੋ ਚੀਜ਼ਾਂ ਅਸੀਂ ਸਿੱਖ ਕੇ ਬਾਹਰ ਆਉਂਦੀਆਂ ਉਹ ਸਾਰੀਆਂ ਚੀਜ਼ਾਂ ਅਸੀਂ ਐਜੂਕੇਸ਼ਨ ਦੇ ਵਿੱਚ ਐਡ ਹੁੰਦੀਆਂ ਰਹਿੰਦੀਆਂ। ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ, ਐਜੂਕੇਸ਼ਨ ਜਨਮ ਤੋਂ ਸਟਾਰਟ ਹੋ ਜਾਂਦੀ ਹੈ ਤੇ ਜਿੰਨੀ ਦੇਰ ਇੱਕ ਵਿਅਕਤੀ ਜਾਂ ਇੱਕ ਮਨੁੱਖ ਦੀ ਡੈਥ ਨਹੀਂ ਹੁੰਦੀ ਉਨੀ ਦੇਰ ਐਜੂਕੇਸ਼ਨ ਜਿਹੜੀ ਹੈਗੀ ਉਹਦੇ ਨਾਲ ਚਲਦੀ ਰਹਿੰਦੀ ਹੈ, ਕਿਉਂਕਿ ਅਸੀਂ ਪ੍ਰੋਸੈਸ ਦੀ ਗੱਲ ਕੀਤੀ ਹੈ। ਹੁਣ ਐਜੂਕੇਸ਼ਨ ਵਿਅਕਤੀ ਦੇ ਜੀਵਨ ਦੇ ਵਿੱਚ ਬਹੁਤ ਸਾਰੇ ਪੜਾਅ ਆ ਗਿਆ ਜਿਨ੍ਹਾਂ ਵਿੱਚੋਂ ਬੱਚਾ ਕੁਛ ਨਾ ਕੁਛ ਸਿੱਖਦਾ ਰਹਿੰਦਾ ਹੈ। ਐਗਜ਼ਾਮਪਲ ਦੇ ਤੌਰ ਤੇ ਬੱਚੇ ਦਾ ਜਨਮ ਹੁੰਦਾ ਹੈ ਤੇ ਇੱਕ ਜਨਮ ਤੋਂ ਬਾਅਦ ਇੱਕ ਪਹਿਲਾ ਜਿਹੜਾ ਪੜਾਅ ਹੁੰਦਾ ਫੈਮਿਲੀ ਦਾ ਸਟਾਰਟ ਹੁੰਦਾ ਹੈ, ਜਿਹਦੇ ਵਿੱਚ ਹਮੇਸ਼ਾ ਬੱਚਾ ਕੁਛ ਨਾ ਕੁਛ ਸਿੱਖਦਾ, ਖਾਣ ਬਾਰੇ ਸਿੱਖਦਾ, ਕੁਛ ਪੀਣ ਬਾਰੇ ਸਿੱਖਦਾ, ਕੁਛ ਸ਼ਬਦ ਸਿੱਖਦਾ, ਕੁਛ ਬੱਚਾ ਪਹਿਲੇ ਪੜਾਅ ਦੇ ਵਿੱਚ ਰਿਲੇਸ਼ਨ ਸਿੱਖਦਾ, ਪੇਰੈਂਟਸ ਨਾਲ ਰਿਲੇਸ਼ਨ, ਬ੍ਰਦਰ ਸਿਸਟਰ ਦਾ ਰਿਲੇਸ਼ਨ, ਦਾਦੇ ਦਾਦੀ ਦਾ ਰਿਲੇਸ਼ਨ, ਚਾਚੇ ਚਾਚੀ ਦਾ ਰਿਲੇਸ਼ਨ। ਠੀਕ ਹੈ, ਉਹ ਸਾਰਿਆਂ ਵਿੱਚੋਂ ਕੁਛ ਨਾ ਕੁਛ ਹਮੇਸ਼ਾ ਨਵਾਂ ਸਿੱਖਣ ਦੀ ਕੋਸ਼ਿਸ਼ ਕਰਦਾ। ਜੋ ਚੀਜ਼ ਸਿੱਖਦਾ ਉਹ ਐਜੂਕੇਸ਼ਨ ਦੀ ਵਿੱਚ ਐਡ ਹੁੰਦੀ ਹੈ। ਇਹਦਾ ਮਤਲਬ ਬੱਚਾ ਪਹਿਲੇ ਪੜਾਅ ਦੇ ਵਿੱਚੋਂ ਬਹੁਤ ਸਾਰੀ ਐਜੂਕੇਸ਼ਨ ਪ੍ਰਾਪਤ ਕਰਦਾ ਹੈ। ਦੂਸਰੇ ਪੜਾਅ ਦੀ ਅਸੀਂ ਗੱਲ ਕਰਦੇ ਹਾਂ, ਜੇ ਅਸੀਂ ਫੈਮਿਲੀ ਦੀ ਗੱਲ ਕਰਦੇ ਹਾਂ ਤਾਂ ਫੈਮਿਲੀ ਹਮੇਸ਼ਾ ਸੁਸਾਇਟੀ 'ਚ ਰਹਿੰਦੀ ਹੈ ਤੇ ਬੱਚੇ ਦਾ ਸੰਪਰਕ ਜਿਹੜਾ ਹੈਗਾ ਸੁਸਾਇਟੀ ਦੇ ਵਿੱਚ ਰਹਿੰਦਾ ਹੈ। ਹੁਣ ਬੱਚਾ ਸੁਸਾਇਟੀ ਦੇ ਵਿੱਚ ਵੀ ਰਿਲੇਸ਼ਨ ਸਿੱਖੇਗਾ, ਕਿਸ ਤਰ੍ਹਾਂ ਦੇ ਰਿਲੇਸ਼ਨ ਹੈਗੇ ਆ, ਉਹਦੇ 'ਚੋਂ ਬੱਚਾ ਕੁਛ ਨਾ ਕੁਛ ਸਿੱਖਣ ਦੀ ਕੋਸ਼ਿਸ਼ ਕਰਦਾ ਹੈ। ਸੋਸਾਇਟੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਜਿਵੇਂ ਧਰਮ ਹੈਗਾ, ਬੱਚਾ ਧਰਮ ਬਾਰੇ ਸਿੱਖਦਾ ਤੇ ਚੰਗੇ ਧਰਮ ਜਾਂ ਮਾੜੇ ਧਰਮ ਬਾਰੇ ਸਿੱਖਦਾ, ਧਰਮ ਵਿੱਚ ਕਿਹੜੀਆਂ ਗੱਲਾਂ ਚੰਗੀਆਂ ਨੇ ਤੇ ਕਿਹੜੀਆਂ ਗੱਲਾਂ ਮਾੜੀਆਂ ਨੇ, ਉਹਦੇ 'ਚ ਹਮੇਸ਼ਾ ਕੁਛ ਨਾ ਕੁਛ ਸਿੱਖਣ ਦੀ ਕੋਸ਼ਿਸ਼ ਕਰੇਗਾ। ਸੋਸਾਇਟੀ ਦੇ ਵਿੱਚ ਰਾਜਨੀਤੀ ਬਾਰੇ ਸਿੱਖਦਾ, ਰਾਜਨੀਤੀ ਕੀ ਹੁੰਦੀ ਆ, ਛੋਟੇ ਲੈਵਲ ਦੀ ਰਾਜਨੀਤੀ ਕੀ ਆ, ਵੱਡੇ ਲੈਵਲ ਦੀ ਰਾਜਨੀਤੀ ਕੀ ਆ। ਉਸ ਤੋਂ ਬਾਅਦ ਸੋਸਾਇਟੀ ਦੇ ਵਿੱਚ ਬੱਚਾ ਕਲਚਰ ਬਾਰੇ ਸਿੱਖਦਾ, ਬੱਚਾ ਲੈਂਗੁਏਜ ਬਾਰੇ ਸਿੱਖਦਾ, ਬਹੁਤ ਸਾਰੀ ਜਿਹੜੇ ਬੱਚਾ ਕਲਚਰ ਵੀ ਸਿੱਖਦਾ। ਸਾਡੇ ਕਲਚਰ ਜਿਹੜਾ ਹੈਗਾ, ਕਲਚਰ ਦਾ ਪਿਛੋਕੜ ਕੀ ਹੈ, ਸਾਡਾ ਕਲਚਰ ਕੀ ਹੈ, ਸਾਡਾ ਪਹਿਰਾਵਾ ਕੀ ਹੈ, ਸਾਡੀਆਂ ਵੈਲਿਊਜ਼ ਜਿਹੜੀਆਂ ਹੈਗੀਆਂ ਨੇ ਉਹ ਕਿਸ ਤਰ੍ਹਾਂ ਦੀਆਂ ਹੈਗੀਆਂ ਨੇ ਸਾਡੇ ਕਲਚਰ ਦੇ ਅਕੋਰਡਿੰਗ, ਉਹ ਸਾਰੀਆਂ ਚੀਜ਼ਾਂ ਬੱਚਾ ਹਮੇਸ਼ਾ ਸਿੱਖਣ ਦੀ ਕੋਸ਼ਿਸ਼ ਕਰਦਾ। ਇਹ ਵੀ ਇੱਕ ਆਮ ਤੌਰ ਤੇ ਉਹਦੇ ਜੀਵਨ ਦਾ ਇੱਕ ਪੜਾਅ ਹੈ। ਫਿਰ ਬੱਚਾ ਸਕੂਲ ਦੇ ਵਿੱਚ ਆਉਂਦਾ ਹੈ, ਟੀਚਰ ਤੇ ਸਟੂਡੈਂਟ ਦਾ ਰਿਲੇਸ਼ਨ ਸਿੱਖਦਾ, ਆਪਣੇ ਫਰੈਂਡ ਸਰਕਲ ਸਿੱਖਦਾ, ਬੱਚਾ ਗਰੁੱਪ ਦੇ ਵਿੱਚ ਬੈਠਣਾ ਸਿੱਖਦਾ, ਬੱਚੇ ਨੂੰ ਇੰਡੀਵਿਜੂਅਲ ਤੌਰ ਤੇ ਪ੍ਰੋਬਲਮ ਆ ਗਈ ਆ, ਪ੍ਰੋਬਲਮ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦਾ, ਗਰੁੱਪ ਵਿੱਚ ਪ੍ਰੋਬਲਮ ਸੋਲਵ ਕਰਨ ਦੀ ਕੋਸ਼ਿਸ਼ ਕਰਦਾ, ਉਹਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਲੋੜ ਹੈਗੀ ਹੈ। ਇੱਕ ਟ੍ਰੇਨਿੰਗ ਦਾ ਸਾਰੇ ਦਾ ਸਾਰਾ ਇੱਕ ਬੱਚੇ ਦਾ ਪਾਰਟ ਹੁੰਦਾ ਜਿਹੜਾ ਐਜੂਕੇਸ਼ਨ ਦੁਆਰਾ ਅੱਗੇ ਚੱਲਦਾ। ਉਹਦੇ ਵਿੱਚ ਵੀ ਬੱਚਾ ਬਹੁਤ ਸਾਰੀਆਂ ਚੀਜ਼ਾਂ ਜਿਹੜਾ ਹਮੇਸ਼ਾ ਸਿੱਖਣ ਦੀ ਕੋਸ਼ਿਸ਼ ਕਰਦਾ ਤੇ ਜੋ ਚੀਜ਼ਾਂ ਸਿੱਖਦਾ ਸਾਰੀਆਂ ਦੀਆਂ ਸਾਰੀਆਂ ਐਜੂਕੇਸ਼ਨ ਦੇ ਵਿੱਚ ਐਡ ਹੁੰਦੀਆਂ ਜਾਂਦੀਆਂ। ਹੁਣ ਬੱਚਾ ਸਕੂਲ ਤੋਂ ਬਾਅਦ ਬੱਚਾ ਕਾਲਜ ਜਾਂਦਾ ਹੈ, ਕਾਲਜ ਦੇ ਵਿੱਚ ਬੱਚਾ ਬਹੁਤ ਸਾਰੀਆਂ ਚੀਜ਼ਾਂ ਸਿੱਖਦਾ। ਉਸ ਤੋਂ ਬਾਅਦ ਬੱਚਾ ਜਿਹੜੇ ਪ੍ਰੋਫੈਸ਼ਨ ਨੂੰ ਚੂਜ਼ ਕਰਦਾ ਹੈ ਉਹਦੇ 'ਚ ਬਹੁਤ ਸਾਰੀਆਂ ਬੱਚਾ ਚੀਜ਼ਾਂ ਸਿੱਖਦਾ। ਫਿਰ ਬੱਚੇ ਦੇ ਜਦੋਂ ਲਾਸਟ ਸਟੇਜ ਆ ਜਾਂਦੀ, ਕੋਈ ਵੀ ਵਿਅਕਤੀ ਜਿਹੜਾ ਹੈਗਾ ਜਦੋਂ ਉਹ ਬਜ਼ੁਰਗ ਅਵਸਥਾ 'ਚ ਹੋ ਜਾਂਦਾ ਤੇ ਇੱਕ ਉਹ ਆਪਣੇ ਸਮਾਜ ਦੇ ਨਾਲ ਕਿਵੇਂ ਚੱਲਦਾ, ਕਿਉਂਕਿ ਉਸ ਸਮੇਂ ਦਾ ਜਿਹੜਾ ਕਲਚਰ ਹੈ ਉਹ ਅਲੱਗ ਤਰ੍ਹਾਂ ਦਾ ਸੀ, ਅੱਜ ਦਾ ਜਿਹੜਾ ਕਲਚਰ ਹੈ ਉਹ ਅਲੱਗ ਤਰ੍ਹਾਂ ਦਾ। ਤਾਂ ਉਹ ਆਪਣੀ ਫੈਮਿਲੀ ਨੂੰ ਨਾਲ ਲੈ ਕੇ ਕਿਵੇਂ ਚੱਲਦਾ, ਉਹਦੇ ਪੇਰੈਂਟਸ ਨਾਲ ਜਿਹੜੇ ਹੈਗੇ ਨੇ ਰਿਲੇਸ਼ਨ ਕਿਸ ਤਰ੍ਹਾਂ ਦੇ ਨੇ, ਉਸ ਦੇ ਆਪਣੇ ਬੱਚੇ ਨਾਲ ਜਿਹੜੇ ਰਿਲੇਸ਼ਨ ਨੇ ਉਹ ਕਿਸ ਤਰ੍ਹਾਂ ਦੇ ਹੈਗੇ ਨੇ। ਜਦ ਬੱਚਾ ਜਦੋਂ ਅਸੀਂ ਬਜ਼ੁਰਗ ਹੁੰਦੇ ਹਾਂ ਕਿਸ ਸਟੇਜ 'ਤੇ ਪਹੁੰਚਦੇ ਹਾਂ ਅਸੀਂ ਉਦੋਂ ਕਿਹੜੀਆਂ ਕਿਹੜੀਆਂ ਚੀਜ਼ਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਵੀ ਸਾਰੀਆਂ ਚੀਜ਼ਾਂ ਐਜੂਕੇਸ਼ਨ ਦਾ ਇੱਕ ਪਾਰਟ ਹੈਗਾ। ਤੇ ਜਦੋਂ ਵਿਅਕਤੀ ਦੀ ਡੈਥ ਹੁੰਦੀ ਆ ਉੱਥੇ ਆ ਕੇ ਜਿਹੜੀ ਐਜੂਕੇਸ਼ਨ ਹੈ ਸਾਰੀ ਦੀ ਸਾਰੀ ਖਤਮ ਹੋ ਜਾਂਦੀ। ਤਾਂ ਕਰਕੇ ਬੱਚੇ ਦੇ ਜਨਮ ਤੋਂ ਲੈ ਕੇ ਅਸੀਂ ਮੌਤ ਤੱਕ ਦੀ ਹਮੇਸ਼ਾ ਗੱਲ ਕਰਦੇ ਹਾਂ, ਉਹ ਇੱਕ ਜਿਹੜਾ ਪ੍ਰੋਸੈਸ ਵਿੱਚ ਚੱਲਦਾ ਹੈ ਉਹਦੇ ਵਿੱਚ ਜਿੰਨੇ ਪੜਾਅ ਦੇ ਵਿੱਚੋਂ ਬੱਚਾ ਲੱਗਦਾ ਸਾਰਿਆਂ ਦੇ ਸਾਰੀਆਂ ਉਹਦੇ 'ਚੋਂ ਕੁਛ ਨਾ ਕੁਛ ਚੀਜ਼ਾਂ ਸਿੱਖਣ ਦੀ ਹਮੇਸ਼ਾ ਬੱਚਾ ਕੋਸ਼ਿਸ਼ ਕਰਦਾ ਰਹਿੰਦਾ ਹੈ। ਉਸ ਤੋਂ ਬਾਅਦ ਅੱਗੇ ਅਸੀਂ ਕਰਦੇ ਹਾਂ ਮਾਡਰਨ ਕਨਸੈਪਟ ਆਫ ਐਜੂਕੇਸ਼ਨ। ਹੁਣ ਬੱਚੇ ਅਸੀਂ ਜਦੋਂ ਵੀ ਐਜੂਕੇਸ਼ਨ ਦੀ ਅਸੀਂ ਗੱਲ ਕੀਤੀ ਹੈ, ਪਹਿਲਾਂ ਅਸੀਂ ਐਜੂਕੇਸ਼ਨ ਦਾ ਜਨਰਲ ਮੀਨਿੰਗ ਦੀ ਗੱਲ ਕੀਤੀ, ਪਰ ਅੱਜ ਅਸੀਂ ਮਾਡਰਨ ਕਨਸੈਪਟ ਦੀ ਗੱਲ ਕਰਦੇ ਹਾਂ। ਏਸ਼ੀਅਨ ਪੀਰੀਅਡ ਦੇ ਵਿੱਚ ਜਿੰਨੀ ਵੀ ਐਜੂਕੇਸ਼ਨ ਪ੍ਰਾਪਤ ਕੀਤੀ ਗਈ ਆ ਸਿਰਫ ਤੇ ਸਿਰਫ ਧਰਮ ਨੂੰ ਸਮਝਣ ਲਈ ਕੀਤੀ ਗਈ ਆ। ਉਸ ਸਮੇਂ ਪ੍ਰੋਫੈਸ਼ਨ ਨੂੰ ਚੂਜ਼ ਕਰਨ ਵਾਸਤੇ ਜਾਂ ਕੁਝ ਕਰਨ ਵਾਸਤੇ ਐਜੂਕੇਸ਼ਨ ਪ੍ਰਾਪਤ ਨਹੀਂ ਕੀਤੀ ਜਾਂਦੀ ਸੀ, ਸਿਰਫ ਤੇ ਸਿਰਫ ਧਰਮ ਨੂੰ ਸਮਝਣ ਵਾਸਤੇ ਐਜੂਕੇਸ਼ਨ ਪ੍ਰਾਪਤ ਕੀਤੀ ਜਾਂਦੀ ਸੀ, ਤਾਂ ਜੋ ਜਿਹੜਾ ਸਾਡਾ ਜੀਵਨ ਹੈਗਾ ਉਹ ਧਰਮ ਦੇ ਅਕੋਰਡਿੰਗ ਚਲਾਇਆ ਜਾ ਸਕੇ, ਤਾਂ ਜੋ ਅਸੀਂ ਆਪਣੇ ਜੀਵਨ ਨੂੰ ਚੰਗੇ ਕੰਮ ਵਾਸਤੇ ਲਾ ਸਕੀਏ। ਪਰ ਮਾਡਰਨ ਐਜੂਕੇਸ਼ਨ ਅਧਿਆਤਮਕਵਾਦ ਨੂੰ ਨਹੀਂ ਮੰਨਦੀ। ਜਿਹੜੀ ਮਾਡਰਨ ਐਜੂਕੇਸ਼ਨ ਹੈਗੀ ਉਹ 4H ਨੂੰ ਮੰਨਦੀ ਹੈ, ਜਿੰਦੇ ਵਿੱਚ ਪੂਰੀ ਦੀ ਪੂਰੀ ਐਜੂਕੇਸ਼ਨ ਸਿਮਟੀ ਹੋਈ ਆ। ਐਗਜ਼ਾਮਪਲ ਦੇ ਤੌਰ ਤੇ ਪਹਿਲੇ H ਦੀ ਅਸੀਂ ਗੱਲ ਕਰਦੇ ਹਾਂ ਹੈਡ,
दूसरे ਅਸੀਂ H ਦੀ ਗੱਲ ਕਰਦੇ ਹਾਂ ਹਾਰਟ, तीसरे ਅਸੀਂ H ਦੀ ਗੱਲ ਕਰਦੇ ਹਾਂ हैंड ਜਿਹੜੀ ਵੋਕੇਸ਼ਨਲ ਐਜੂਕੇਸ਼ਨ ਨਾਲ ਜੁੜੀ ਹੋਈ ਹੈ, ਤੇ ਚੌਥੇ ਅਸੀਂ H ਦੀ ਗੱਲ ਕਰਦੇ ਹਾਂ ਹੈਲਥ, ਕਿਉਂਕਿ ਹੈਲਥ ਨੂੰ ਅਸੀਂ ਤਾਂ ਕਿੰਨੇ ਜੇ ਸਾਡੀ ਹੈਲਥ ਚੰਗੀ ਆ ਤੇ ਜਿਹੜੀ ਉਹਦੀਆਂ ਪਹਿਲੀਆਂ ਤਿੰਨ ਨੇ ਜਾਂ ਤਿੰਨ ਪੜਾਅ ਆ ਗਿਆ ਉਹ ਤਾਂ ਹੀ ਸਹੀ ਹੋਣਗੇ ਜੇ ਸਾਡੀ ਹੈਲਥ ਜਿਹੜੀ ਪ੍ਰੋਪਰ ਹੈਗੀ ਸਾਰੀ ਦੀ ਸਾਰੀ ਸਹੀ ਹੈ। ਫੋਰ ਐਗਜ਼ਾਮਪਲ ਦੇ ਤੌਰ ਤੇ ਅਸੀਂ ਪਹਿਲਾਂ ਹੈਡ ਦੀ ਗੱਲ ਕਰਦੇ ਹਾਂ, ਇਹਨੂੰ ਅਸੀਂ ਦਿਮਾਗ ਦੇ ਨਾਲ ਸਾਰੀਆਂ ਚੀਜ਼ਾਂ ਨੂੰ ਜੋੜਦੇ ਹਾਂ। ਹੁਣ ਹੈਡ ਦਿਮਾਗ ਦੀ ਗੱਲ ਹੈਗੀ, ਇਹ ਸਾਡੀ ਸਮਝ ਦੇ ਵਿੱਚ ਵਾਧਾ ਕਰਦੀ ਹੈ ਐਜੂਕੇਸ਼ਨ, ਸਾਨੂੰ ਸੋਚਣ ਲਈ ਮਜਬੂਰ ਕਰਦੀ ਆ। ਕੋਈ ਚੀਜ਼ ਬਣੀ ਆ ਉਹ ਕਿਸ ਤਰ੍ਹਾਂ ਬਣੀ ਆ, ਕਿਉਂ ਬਣੀ ਆ, ਕਿਵੇਂ ਬਣੀ ਆ। ਕੋਈ ਚੀਜ਼ ਬਣਦੀ ਉਹਦਾ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ। ਦੋ ਚੀਜ਼ਾਂ 'ਚ ਫਰਕ ਕਰਨਾ ਦੱਸਦਾ ਹੈ, ਜੇ ਆਹ ਚੀਜ਼ ਗਲਤ ਆ ਤਾਂ ਇਹ ਗਲਤ ਕਿਉਂ ਆ, ਆਹ ਚੀਜ਼ ਸਹੀ ਆ ਤੇ ਇਹ ਚੀਜ਼ ਜਿਹੜੀ ਹੈਗੀ ਸਹੀ ਕਿਉਂ ਆ, ਉਹਦਾ ਕੋਈ ਨਾ ਕੋਈ ਕਾਰਨ ਹੋਏਗਾ। ਸਾਡਾ ਕਲਪਨਾ ਸ਼ਕਤੀ ਦਾ ਵਿਕਾਸ ਕਰਦੀ ਹੈ, ਕਿਉਂਕਿ ਕਲਪਨਾ ਸ਼ਕਤੀ ਜਿਹੜੀ ਸਾਨੂੰ ਕੁਛ ਨਾ ਕੁਛ ਕਰਨ ਲਈ ਮੋਟੀਵੇਟ ਕਰਦੀ ਹੈ, ਕੁਛ ਨਵਾਂ ਕਰਨ ਲਈ ਮੋਟੀਵੇਟ ਕਰਦੀ ਹੈ। ਠੀਕ ਹੈ, ਕੋਈ ਵਸਤੂ ਕਿਸ ਤਰ੍ਹਾਂ ਬਣਦੀ ਹੈ, ਵਸਤੂ ਵਰਕ ਕਿਵੇਂ ਕਰਦੀ ਹੈ, ਉਹਦੇ ਲਈ ਸੋਚਣ ਲਈ ਮਜਬੂਰ ਕਰਦੀ ਹੈ। ਅਸੀਂ ਆਪਣੇ ਕਲਚਰ ਨੂੰ ਨਾਲ ਲੈ ਕੇ ਕਿਵੇਂ ਚੱਲਣਾ ਹੈ, ਉਹ ਹੈਡ ਦੇ ਵਿੱਚ ਉਹ ਸਾਨੂੰ ਐਜੂਕੇਸ਼ਨ ਉਸ ਲਈ ਜਿਹੜੀ ਹੈਗਾ ਮੋਟੀਵੇਟ ਕਰਦੀ ਹੈ। ਇਹਦਾ ਮਤਲਬ ਐਜੂਕੇਸ਼ਨ ਜਿਹੜਾ ਹੈਡ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਸਾਰੀਆਂ ਚੀਜ਼ਾਂ ਸਾਡੇ ਦਿਮਾਗ ਨਾਲ ਜੁੜੀਆਂ ਹੋਈਆਂ, ਤਾਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹ ਸਾਡਾ ਦਿਮਾਗ ਜਿਹੜਾ ਹੈਗਾ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਕਰਦਾ। ਤਾਂ ਕਰਕੇ ਹੈਡ ਨੂੰ ਮਾਡਰਨ ਐਜੂਕੇਸ਼ਨ ਦਾ ਮੇਨ ਪਾਰਟ ਮੰਨਿਆ ਹੈ। ਦੂਸਰਾ ਅਸੀਂ ਹਾਰਟ ਦੀ ਗੱਲ ਕਰਦੇ ਹਾਂ, ਅਸੀਂ ਬੱਚੇ ਨੂੰ ਇਮੋਸ਼ਨਲੀ ਤੌਰ ਤੇ ਮਜ਼ਬੂਤ ਕਰਦੇ ਹਾਂ। ਉਹਦਾ ਕਾਰਨ ਕੀ ਹੈਗਾ, ਜਿੰਨੀ ਦੇਰ ਬੱਚੇ ਦਾ ਇਮੋਸ਼ਨ ਮਜ਼ਬੂਤ ਨਹੀਂ ਹੁੰਦਾ ਉਨੀ ਦੇਰ ਬੱਚਾ ਕਿਸੇ ਵੀ ਪ੍ਰੋਬਲਮ ਨੂੰ ਸਹੀ ਤਰੀਕੇ ਨਾਲ ਸੋਲਵ ਨਹੀਂ ਕਰ ਸਕਦਾ। ਐਗਜ਼ਾਮਪਲ ਦੇ ਤੌਰ ਤੇ ਕੋਈ ਵਿਅਕਤੀ ਜਿਹੜਾ ਹੈਗਾ ਉਹ ਸਾਡੇ ਕੋਲ ਆਪਣੀ ਪ੍ਰੋਬਲਮ ਲੈ ਕੇ ਆਇਆ, ਜੇ ਸਾਡਾ ਇਮੋਸ਼ਨ ਜਿਹੜਾ ਹੈਗਾ ਮਜ਼ਬੂਤ ਨਹੀਂ ਹੈਗਾ ਤਾਂ ਅਸੀਂ ਉਹਦੀ ਪ੍ਰੋਬਲਮ ਦੇ ਨਾਲ ਜੁੜਨਾ ਸ਼ੁਰੂ ਕਰ ਦਿੰਦੇ ਹਾਂ, ਉਹਦੀ ਪ੍ਰੋਬਲਮ ਨੂੰ ਸੋਲਵ ਕਰਨ ਦੀ ਬਜਾਏ ਉਹਨੂੰ ਹੋਰ ਪ੍ਰੋਬਲਮ ਦੇ ਵਿੱਚ ਪਾ ਦਿੰਦੇ ਹਾਂ। ਇਸ ਲਈ ਸਾਡਾ ਜੇਕਰ ਇਮੋਸ਼ਨ ਸਾਡਾ ਮਜ਼ਬੂਤ ਹੈ, ਸਾਡਾ ਇਮੋਸ਼ਨ ਦੇ ਉੱਪਰ ਕੰਟਰੋਲ ਹੈਗਾ, ਤਾਂ ਅਸੀਂ ਉਹਦੀ ਪ੍ਰੋਬਲਮ ਨੂੰ ਸਮਝਦੇ ਹਾਂ, ਉਸ ਪ੍ਰੋਬਲਮ ਨੂੰ ਸੋਲਵ ਕਰਨ ਦੀ ਹਮੇਸ਼ਾ ਕੀ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ। ਇਹਦਾ ਮਤਲਬ ਐਜੂਕੇਸ਼ਨ ਮਾਡਰਨ ਐਜੂਕੇਸ਼ਨ ਵਿੱਚ ਇਮੋਸ਼ਨ ਨੂੰ ਸਭ ਤੋਂ ਮੇਨ ਚੀਜ਼ ਦੂਸਰੇ ਨੰਬਰ ਤੇ ਮੰਨਿਆ ਗਿਆ। ਹੈਡ ਤੋਂ ਬਾਅਦ ਜੇ ਅਸੀਂ ਗੱਲ ਕਰਦੇ ਹਾਂ ਕਿ ਦੂਸਰਾ ਮੇਨ ਪਾਰਟ ਜਿਹੜਾ ਹੈਗਾ ਇਹ ਇਮੋਸ਼ਨ ਮੰਨਿਆ ਗਿਆ। ਤੀਸਰੇ ਨੰਬਰ ਤੇ ਵੀ ਹੈਡ ਦੀ ਗੱਲ ਕਰਦੇ ਹਾਂ, ਇਹ ਵਿਅਕਤੀ ਨੂੰ ਇੰਡੀਵਿਜੂਅਲ ਤੌਰ ਤੇ ਮਜ਼ਬੂਤ ਕਰਦੀ ਹੈ। ਸਾਰੇ ਦੇ ਸਾਰੇ ਵਿਅਕਤੀ ਜਿਹੜੇ ਹੈਗੇ ਨੇ ਉਹ ਸਰਕਾਰੀ ਨੌਕਰੀ ਨਹੀਂ ਲੱਗ ਸਕਦੇ। ਕੁਝ ਜਿਹੜੇ ਲੋਕ ਹੈਗੇ ਨੇ ਪ੍ਰਾਈਵੇਟ ਜੋਬ ਕਰਦੇ ਆ, ਉਹ ਆਪਣਾ ਪ੍ਰੋਫੈਸ਼ਨ ਨੂੰ ਚੂਜ਼ ਕਰਦੇ ਆ। ਠੀਕ ਹੈ, ਹੈਂਡ ਨੂੰ ਅਸੀਂ ਇੰਡੀਵਿਜੂਅਲ ਦੇ ਨਾਲ ਜੋੜਿਆ। ਕੋਈ ਬੱਚਾ ਪੇਂਟਿੰਗ ਵਿੱਚ ਚੰਗਾ ਹੋ ਸਕਦਾ ਹੈ, ਠੀਕ ਹੈ, ਕੋਈ ਲੱਕੜ ਦਾ ਬਹੁਤ ਸਾਰਾ ਜਿਹੜਾ ਸਮਾਨ ਹੈਗਾ ਉਹ ਵਧੀਆ ਤਰੀਕੇ ਨਾਲ ਬਣਾ ਸਕਦਾ ਹੈ। ਠੀਕ ਹੈ, ਕਿਸੇ ਹੱਥ ਕਲਾ ਦੇ ਵਿੱਚ ਕੋਈ ਵੀ ਚੀਜ਼ ਹੋ ਸਕਦੀ ਹੈ, ਕੋਈ ਮੋਟਰਸਾਈਕਲ ਦਾ ਚੰਗਾ ਜਿਹੜਾ ਹੈਗਾ ਮਿਸਤਰੀ ਹੋ ਸਕਦਾ ਹੈ। ਠੀਕ ਹੈ, ਇੰਡੀਵਿਜੂਅਲ ਤੌਰ ਤੇ ਐਜੂਕੇਸ਼ਨ ਸਾਨੂੰ ਜਿਹੜੀ ਹੈਗੀ ਮਜ਼ਬੂਤ ਕਰਦੀ ਹੈ, ਤਾਂ ਜੋ ਅਸੀਂ ਸਮਾਜ ਵਿੱਚ ਆਪਣੀ ਸਥਿਤੀ ਜਿਹੜੀ ਹੈਗੀ ਹੈ ਉਸ ਚੀਜ਼ ਨੂੰ ਮਜ਼ਬੂਤ ਕਰ ਸਕੀਏ। ਚੌਥੇ ਨੰਬਰ ਤੇ ਆਉਂਦੀ ਹੈ ਹੈਲਥ ਆਉਂਦੀ ਹੈ। ਅਸੀਂ ਹੈਲਥ ਦਾ ਮਤਲਬ ਹੈ ਬੱਚੇ ਦੀ ਆਲ ਰਾਊਂਡ ਡਿਵੈਲਪਮੈਂਟ ਦੀ ਅਸੀਂ ਗੱਲ ਕਰਦੇ ਹਾਂ। ਹੈਲਥ ਦਾ ਮਤਲਬ ਹੈਗਾ ਅਸੀਂ ਬੱਚੇ ਦੇ ਸਾਰੇ ਪੱਖਾਂ ਦਾ ਵਿਕਾਸ ਕਰਦੇ ਹਾਂ। ਹੁਣ ਬੱਚੇ ਦੇ ਬਹੁਤ ਸਾਰੇ ਪੱਖ ਹੈਗੇ ਆ, ਉਹਦਾ ਇਮੋਸ਼ਨਲੀ ਪੱਖ ਹੈਗਾ, ਠੀਕ ਹੈ, ਉਹਦੇ ਮਾਈਂਡ ਨੂੰ ਅਸੀਂ ਨਾਲ ਲੈ ਕੇ ਚੱਲਦੇ ਹਾਂ। ਠੀਕ ਹੈ, ਉਹਦੇ ਅਸੀਂ ਰਾਜਨੀਤਿਕ ਪੱਖ ਨੂੰ ਨਾਲ ਲੈ ਕੇ ਚੱਲਦੇ ਹਾਂ, ਉਹਦਾ ਸਮਾਜਿਕ ਪੱਖ ਅਸੀਂ ਨਾਲ ਲੈ ਕੇ ਚੱਲਦੇ ਹਾਂ। ਜਿਹੜੇ ਅਸੀਂ ਅੱਗੇ ਕਿਹਾ ਸੀ ਜੀਵਨ ਦੇ ਜਿੰਨੇ ਵੀ ਜਿਹੜੇ ਪੜਾਅ ਆ ਗਿਆ ਉਹ ਸਾਰੀਆਂ ਚੀਜ਼ਾਂ ਨੂੰ ਮਜ਼ਬੂਤ ਕਰਦੇ ਆ। ਤੇ ਹੈਲਥ ਨੂੰ ਉਸ ਚੀਜ਼ ਦੇ ਨਾਲ ਜੋੜਨ ਤੋਂ ਬਾਅਦ ਅਸੀਂ ਆਪਣੀ ਹੈਲਥ ਬਾਰੇ ਵੀ ਜੋੜਨਾ ਕਿ ਅਸੀਂ ਆਪਣੀ ਹੈਲਥ ਦੇ ਬਾਰੇ ਕੀ ਜਾਣਦੇ ਹਾਂ। ਮੇਰੀ ਬਾਡੀ ਹੈ, ਮੇਰੀ ਹੈਲਥ ਹੈ, ਮੇਰੇ ਸਰੀਰ ਨੂੰ ਕਿੰਨਾ ਚੀਜ਼ਾਂ ਦੀ ਲੋੜ ਹੈ, ਮੈਂ ਕਿਹੜੀਆਂ ਚੀਜ਼ਾਂ ਖਾਣੀਆਂ ਨੇ ਤੇ ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ, ਕਿਹੜੀਆਂ ਚੀਜ਼ਾਂ ਮੇਰੇ ਲਈ ਬੈਨੀਫਿਟ ਨੇ, ਕਿਹੜੀਆਂ ਚੀਜ਼ਾਂ ਮੇਰੇ ਸਰੀਰ ਨੂੰ ਨੁਕਸਾਨ ਦੇ ਸਕਦੀਆਂ। ਇਹ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਹੈਗੀਆਂ ਨੇ ਜ਼ਰੂਰੀ ਨੇ, ਕਿਉਂਕਿ ਹੈਲਥ ਨੂੰ ਮੇਨ ਪਾਰਟ ਮੰਨਿਆ ਗਿਆ। ਜੇ ਸਾਡੀ ਸਿਹਤ ਚੰਗੀ ਹੋਏਗੀ ਤਾਂ ਸਾਡੇ ਮਨ 'ਚ ਚੰਗੇ ਵਿਚਾਰ ਆਉਣਗੇ। ਜੇ ਸਾਡੀ ਸਿਹਤ ਚੰਗੀ ਹੋਏਗੀ ਤਾਂ ਸਾਡਾ ਜਿਹੜਾ ਇਮੋਸ਼ਨ ਹੈ ਉਹ ਸਾਰੇ ਦਾ ਸਾਰਾ ਮਜ਼ਬੂਤ ਹੋਏਗਾ, ਤਾਂ ਅਸੀਂ ਇਮੋਸ਼ਨ ਤੇ ਕੰਟਰੋਲ ਕਰਨਾ ਸਿੱਖ ਜਾਂਦੇ ਹਾਂ। ਸਾਡੀ ਸਿਹਤ ਚੰਗੀ ਹੋਏਗੀ ਤਾਂ ਅਸੀਂ ਜਿਹੜੀ ਵੋਕੇਸ਼ਨਲ ਐਜੂਕੇਸ਼ਨ ਵਿੱਚ ਅਸੀਂ ਹੈਂਡ ਦੀ ਗੱਲ ਕੀਤੀ ਆ, ਤਾਂ ਅਸੀਂ ਤਾਂ ਹੀ ਉਸ ਚੀਜ਼ ਬਾਰੇ ਚੰਗੀ ਤਰ੍ਹਾਂ ਸੋਚ ਸਕਦੇ ਹਾਂ। ਤਾਂ ਕਰਕੇ ਮਾਡਰਨ ਐਜੂਕੇਸ਼ਨ ਦੇ ਵਿੱਚ 4 H ਨੂੰ ਜਿਹੜਾ ਹੈਗਾ ਮੇਨ ਮੰਨਿਆ ਗਿਆ। ਜੇ ਇਹ 4 ਚੀਜ਼ਾਂ ਤੇ ਅਸੀਂ ਕੰਟਰੋਲ ਕਰਨਾ ਸਿੱਖਦੇ ਹਾਂ ਜਾਂ 4 ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਸਹੀ ਸਮੇਂ ਦੇ ਵਿੱਚ ਮਤਲਬ ਕਿ ਸਹੀ ਐਜੂਕੇਸ਼ਨ ਜਿਹੜੀ ਹੈਗੀ ਉਹ ਪ੍ਰਾਪਤ ਕਰ ਚੁੱਕੇ ਹਾਂ ਜਾਂ ਕਰ ਸਕਦੇ ਹਾਂ। ਉਸ ਤੋਂ ਬਾਅਦ ਬੱਚੇ ਕੁਝ ਸ਼ਬਦ ਹੈਗੇ ਜਿਨ੍ਹਾਂ ਤੋਂ ਐਜੂਕੇਸ਼ਨ ਸ਼ਬਦ ਬਣਿਆ। ਅਸੀਂ ਕਨਸੈਪਟ ਆਫ ਐਜੂਕੇਸ਼ਨ ਦੀ ਗੱਲ ਕਰ ਰਹੇ ਹਾਂ। ਪਹਿਲੇ ਨੰਬਰ ਤੇ ਹੈਗਾ ਐਜੂਕੇਅਰ, ਟੂ ਬ੍ਰਿੰਗ ਅਪ, ਪਾਲਣ ਪੋਸ਼ਣ ਕਰਨਾ। ਹੁਣ ਕੇਅਰ ਦਾ ਮਤਲਬ ਹੈਗਾ ਕਿਸੇ ਚੀਜ਼ ਦੀ ਕੇਅਰ ਕਰਨਾ। ਇਹਦਾ ਮਤਲਬ ਜੋ ਚੀਜ਼ ਸਾਡੇ ਵਿੱਚ ਬੈਸਟ ਹੈ ਅਸੀਂ ਉਹਦੀ ਸੰਭਾਲ ਕਿਵੇਂ ਕਰਨੀ ਹੈ, ਉਹਦੇ ਬਾਰੇ ਜਾਣਨ ਦੀ ਕੋਸ਼ਿਸ਼ ਕਿਵੇਂ ਕਰਨੀ ਆ, ਉਹਨੂੰ ਅਸੀਂ ਮੋਟੀਵੇਟ ਕਿਵੇਂ ਕਰਨਾ ਹੈ, ਕਿਹੜੀਆਂ ਚੀਜ਼ਾਂ ਜਾਂ ਟ੍ਰੇਨਿੰਗ ਦੇ ਕਿਹੜੇ ਪਾਰਟਸ ਹੈਗੇ ਆ ਜਿਹਦੇ ਦੁਆਰਾ ਅਸੀਂ ਆਪਣਾ ਜਿਹੜੀ ਸਾਡੇ ਵਿੱਚ ਜੋ ਚੀਜ਼ ਬੈਸਟ ਹੈ ਉਹਦਾ ਅਸੀਂ ਸਹੀ ਤਰੀਕੇ ਨਾਲ ਪਾਲਣ ਪੋਸ਼ਣ ਕਰ ਸਕੀਏ। ਦੂਸਰਾ ਜਿਹੜਾ
शब्द है एजुसीयर। ਹੁਣ एजुकेट तो बाद एजुसीयर की गल की है, टू लीड आउट और टू ड्रा आउट, विकसित करना या कढ़ना। ਹੁਣ ਕਿਹੜੀ ਚੀਜ਼ ਨੂੰ ਵਿਕਸਿਤ ਕਰਨਾ, ਜੋ ਚੀਜ਼ ਸਾਡੇ ਵਿੱਚ ਬੈਸਟ ਹੈ। ਵਿਕਸਿਤ ਕਿਵੇਂ ਕਰਨਾ, ਟ੍ਰੇਨਿੰਗ ਦੇ ਕੁਝ ਪਾਰਟਸ ਹੈਗੇ ਆ ਜਿੰਦੇ ਦੁਆਰਾ ਅਸੀਂ ਸਾਡੇ ਵਿੱਚ ਜੋ ਚੀਜ਼ ਬੈਸਟ ਹੈ, ਪਾਲਣ ਪੋਸ਼ਣ ਕਰਨ ਤੋਂ ਬਾਅਦ, ਕੇਅਰ ਕਰਨ ਤੋਂ ਬਾਅਦ ਉਸ ਚੀਜ਼ ਨੂੰ ਅਸੀਂ ਬਾਹਰ ਲੈ ਕੇ ਆਉਣਾ ਹੈ। ਉਹਦੇ ਇੰਟਰਸਟ, ਬੱਚੇ ਦੇ ਇੰਟਰਸਟ ਨੂੰ ਜਾਣਨਾ ਹੈ, ਬੱਚੇ ਦੀ ਰੁਚੀ ਨੂੰ ਜਾਣਨਾ ਹੈ, ਤਾਂ ਜੋ ਆਪਣੇ ਜੀਵਨ ਦੇ ਵਿੱਚ ਉਹ ਸਹੀ ਜਿਹੜੇ ਉਹਦੇ ਏਮ ਤੇ ਆਬਜੈਕਟਿਵ ਨੇ ਉਹ ਪੂਰੇ ਹੋ ਸਕਣ। ਇਹ ਐਜੂਕੇਸ਼ਨ ਹੀ ਹੈਗੀ ਹੈ। ਤਾਂ ਜਿੰਨਾ ਅਸੀਂ ਬੱਚੇ ਦੇ ਨੇੜੇ ਜਾਵਾਂਗੇ, ਜਿੰਨਾ ਸਾਡਾ ਬੱਚੇ ਨਾਲ ਰਿਲੇਸ਼ਨ ਚੰਗਾ ਹੋਏਗਾ, ਉਨਾ ਅਸੀਂ ਹਮੇਸ਼ਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਬੱਚੇ ਦੇ ਵਿੱਚ ਬੈਸਟ ਕੀ ਹੈ, ਤੇ ਉਸ ਟ੍ਰੇਨਿੰਗ ਦੇ ਦੁਆਰਾ ਅਸੀਂ ਆਮ ਤੌਰ ਤੇ ਸਾਰੀਆਂ ਚੀਜ਼ਾਂ ਬਾਹਰ ਲੈ ਕੇ ਆਉਂਦੇ ਹਾਂ। ਤੀਸਰੇ ਨੰਬਰ ਤੇ ਹੁੰਦਾ ਐਜੂਕੇਟਿਵ, ਟੂ ਟ੍ਰੇਨ ਔਰ ਦਾ ਐਕਟ ਆਫ ਟੀਚਿੰਗ ਐਂਡ ਲਰਨਿੰਗ। ਹੁਣ ਇੱਕ ਤਰ੍ਹਾਂ ਦੀ ਟ੍ਰੇਨਿੰਗ ਹੈ, ਪੜ੍ਹਾਉਣ ਜਾਂ ਸਿਖਾਉਣ ਦੀ ਪ੍ਰਕਿਰਿਆ ਹੈ ਐਜੂਕੇਸ਼ਨ। ਟ੍ਰੇਨਿੰਗ ਦੇ ਦੁਆਰਾ ਜੋ ਬੈਸਟ ਹੈ ਉਸ ਨੂੰ ਬਾਹਰ ਕੱਢਿਆ ਜਾ ਸਕਦਾ ਹੈ, ਪੜ੍ਹਾਉਣ ਦੇ ਦੁਆਰਾ ਵੀ ਐਜੂਕੇਸ਼ਨ ਪ੍ਰਾਪਤ ਕੀਤੀ ਜਾ ਸਕਦੀ ਹੈ, ਤੇ ਸਿਖਾਉਣ ਦੇ ਦੁਆਰਾ, ਲਰਨਿੰਗ ਦੇ ਦੁਆਰਾ ਵੀ ਐਜੂਕੇਸ਼ਨ ਪ੍ਰਾਪਤ ਕੀਤੀ ਜਾਂਦੀ ਹੈ। ਜਦੋਂ ਅਸੀਂ ਟੀਚਿੰਗ ਕਰਦੇ ਹਾਂ ਤਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਅਸੀਂ ਪੜ੍ਹ ਕੇ ਆਮ ਤੌਰ ਤੇ ਬੱਚੇ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਵੀ ਐਜੂਕੇਸ਼ਨ ਦਾ ਇੱਕ ਪਾਰਟ ਹੈ। ਦੂਸਰੇ ਹੀ ਪਾਰਟ ਦੀ ਗੱਲ ਕਰਦੇ ਹਾਂ, ਜਿਹੜਾ ਲਰਨਿੰਗ ਹੈ ਉਹ ਵੀ ਐਜੂਕੇਸ਼ਨ ਦਾ ਇੱਕ ਮੇਨ ਪਾਰਟ ਮੰਨਿਆ ਗਿਆ ਹੈ। ਲਰਨਿੰਗ ਦੇ ਦੁਆਰਾ ਅਸੀਂ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ। ਇਹਦਾ ਮਤਲਬ ਟੀਚਿੰਗ ਲਰਨਿੰਗ ਜਿਹੜਾ ਪ੍ਰੋਸੈਸ ਹੈ ਉਹਦੇ ਦੁਆਰਾ ਵੀ ਅਸੀਂ ਐਜੂਕੇਸ਼ਨ, ਬਹੁਤ ਸਾਰੀ ਐਜੂਕੇਸ਼ਨ ਜਿਹੜੀ ਹੈਗੀ ਸਾਰੀ ਪ੍ਰਾਪਤ ਕਰਦੇ ਹਾਂ। ਉਸ ਤੋਂ ਬਾਅਦ ਬੱਚੇ ਕੁਝ ਡੈਫੀਨੇਸ਼ਨਸ ਨੇ ਜਿਹੜੀਆਂ ਐਜੂਕੇਸ਼ਨ ਨਾਲ ਜੁੜੀਆਂ ਹੋਈਆਂ। ਜੇ ਅਸੀਂ ਪਹਿਲੀ ਡੈਫੀਨੇਸ਼ਨ ਦੀ ਅਸੀਂ ਹਮੇਸ਼ਾ ਗੱਲ ਕਰਦੇ ਹਾਂ, ਜਿਹੜੀ ਰਿੰਗਵੇਦ ਨੇ ਦਿੱਤੀ ਆ, ਐਜੂਕੇਸ਼ਨ ਇਜ਼ ਦੈਟ which makes a man self reliant and selfless। मतलब कि एजुकेशन वो है जो व्यक्ति ਨੂੰ ਆਤਮ ਵਿਸ਼ਵਾਸੀ, मतलब व्यक्ति ਦੇ ਵਿੱਚ ਆਤਮ ਵਿਸ਼ਵਾਸੀ ਵਿਸ਼ਵਾਸ, ਸਵੈ ਵਿਸ਼ਵਾਸ ਪੈਦਾ ਕਰਦੀ ਹੈ ਤੇ ਨਿਸ਼ਕਾਮ ਬਣਾਉਂਦੀ ਹੈ। ਰਾਸ਼ਟਰ ਲਈ, ਕਿਸੇ ਵਿਅਕਤੀ ਲਈ ਕੁਝ ਕਰਨ ਲਈ ਉਹਨੂੰ ਮੋਟੀਵੇਟ ਕਰਦੀ ਹੈ। ਇਹ ਐਜੂਕੇਸ਼ਨ ਦਾ ਰਿੰਗਵੇਦ ਦੇ ਅਨੁਸਾਰ ਇੱਕ ਮੇਨ ਮਤਲਬ ਕੱਢਿਆ ਗਿਆ। ਦੂਸਰੇ ਨੰਬਰ ਤੇ ਅਸੀਂ ਕੌਟਿਲਿਆ ਦੀ ਗੱਲ ਕੀਤੀ ਹੈ। ਕੌਟਿਲਿਆ ਕੀ ਕਹਿੰਦਾ ਹੈ, ਐਜੂਕੇਸ਼ਨ ਮੀਨਸ ਟ੍ਰੇਨਿੰਗ ਫॉर ਦਾ ਕੰਟਰੀ ਐਂਡ ਲਵ ਫॉर ਦਾ ਨੇਸ਼ਨ। ਹਾਂ, ਅਸੀਂ ਕੰਟਰੀ ਲਈ ਤਿਆਰ ਕਿਵੇਂ ਹੋਣਾ ਹੈ ਤੇ ਅਸੀਂ ਆਪਣੇ ਦੇਸ਼ ਨੂੰ ਜਾਂ ਆਪਣੇ ਰਾਸ਼ਟਰ ਨੂੰ ਕਿਸ ਤਰ੍ਹਾਂ ਪਿਆਰ ਕਰਨਾ ਹੈ, ਅਸੀਂ ਉਹਦੇ ਲਈ ਕੀ ਸੰਯੋਗ ਕਰ ਸਕਦੇ ਹਾਂ, ਰਾਸ਼ਟਰ ਦੀ ਤਰੱਕੀ ਲਈ ਕੀ ਸੰਯੋਗ ਕਰ ਸਕਦੇ। ਜਿੰਨੀ ਦੇਰ ਸਾਨੂੰ ਆਪਣੀ ਕੰਟਰੀ ਨਾਲ ਪਿਆਰ ਨਹੀਂ ਹੁੰਦਾ, ਉਨੀ ਦੇਰ ਅਸੀਂ ਉਹਦੇ ਬਾਰੇ ਕੁਝ ਚੰਗਾ ਕਰਨ ਦੀ ਕਦੇ ਵੀ ਕੋਸ਼ਿਸ਼ ਨਹੀਂ ਕਰਦੇ। ਤਾਂ ਕਰਕੇ ਐਜੂਕੇਸ਼ਨ ਹੀ ਸਾਨੂੰ ਟ੍ਰੇਨਿੰਗ ਸਿਖਾਉਂਦੀ ਹੈ, ਕੰਟਰੀ ਪ੍ਰਤੀ ਕੁਝ ਕਰਨ ਲਈ ਮੋਟੀਵੇਟ ਕਰਦੀ ਹੈ। ਉਸ ਤੋਂ ਬਾਅਦ ਅਸੀਂ ਬੱਚੇ ਗੱਲ ਕਰਦੇ ਹਾਂ ਨੇਚਰ ਆਫ ਐਜੂਕੇਸ਼ਨ। ਅੱਜ ਅਸੀਂ ਨੇਚਰ ਆਫ ਐਜੂਕੇਸ਼ਨ ਦੀ ਗੱਲ ਕਰਦੇ ਹਾਂ। ਹੁਣ ਨੇਚਰ ਆਫ ਐਜੂਕੇਸ਼ਨ ਦੇ ਵਿੱਚ ਕਿਹੜੀਆਂ ਚੀਜ਼ਾਂ ਆਉਣਗੀਆਂ। ਪਹਿਲੇ ਨੰਬਰ ਤੇ ਉਹਨਾਂ ਕਿਹਾ ਐਜੂਕੇਸ਼ਨ ਇਜ਼ ਏ ਪ੍ਰੋਸੈਸ। ਮੈਂ ਅੱਗੇ ਵੀ ਆਪਾਂ ਗੱਲ ਕੀਤੀ, ਐਜੂਕੇਸ਼ਨ ਇੱਕ ਪ੍ਰੋਸੈਸ ਹੈ ਜਿਹੜਾ ਲਗਾਤਾਰ ਚੱਲਦਾ ਰਹਿੰਦਾ ਹੈ, ਕਦੇ ਵੀ ਖਤਮ ਨਹੀਂ ਹੁੰਦਾ ਜਿੰਨੀ ਦੇਰ ਬੱਚੇ ਦੀ ਡੈਥ ਨਹੀਂ ਹੁੰਦੀ। ਇਹਦਾ ਮਤਲਬ ਇਹ ਜਿਹੜਾ ਪ੍ਰੋਸੈਸ ਹੈਗਾ ਉਹਦੇ ਜਨਮ ਤੋਂ ਸਟਾਰਟ ਹੋ ਕੇ ਮੌਤ ਤੱਕ ਚੱਲਦਾ ਰਹਿੰਦਾ ਹੈ। ਤਾਂ ਕਰਕੇ ਇਹਨੂੰ ਐਜੂਕੇਸ਼ਨ ਇਜ਼ ਏ ਪ੍ਰੋਸੈਸ ਦਾ ਨਾਮ ਦਿੱਤਾ ਜਾਂਦਾ। ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ, ਜਿਵੇਂ ਜਿਵੇਂ ਉਹ ਪੜਾਅ ਦੇ ਜੀਵਨ ਦੇ ਪੜਾਅ ਦੇ ਵਿੱਚੋਂ ਲੰਘਦਾ ਜਾਏਗਾ, ਉਵੇਂ ਹਮੇਸ਼ਾ ਕੁਛ ਨਾ ਕੁਛ ਬੱਚਾ ਸਿੱਖਦਾ ਜਾਏਗਾ। ਇੱਕ ਪ੍ਰੋਸੈਸ ਹੈਗਾ ਜਿਹੜਾ ਸਾਰੀ ਉਮਰ ਜਿਹੜਾ ਹੈਗਾ ਬੱਚੇ ਦੇ ਨਾਲ ਜਾਂ ਇੱਕ ਮਨੁੱਖ ਦੇ ਨਾਲ ਚੱਲਦਾ ਰਹਿੰਦਾ ਹੈ। ਦੂਸਰਾ ਅਸੀਂ ਗੱਲ ਕੀਤੀ ਐਜੂਕੇਸ਼ਨ ਇਜ਼ ਐਨ ਇੰਟੀਗ੍ਰੇਟਿੰਗ ਪ੍ਰੋਸੈਸ। ਹੁਣ ਇੰਟੀਗ੍ਰੇਟਿੰਗ ਪ੍ਰੋਸੈਸ ਦਾ ਕੀ ਮਤਲਬ ਹੈ, ਅਸੀਂ ਬੱਚੇ ਨੂੰ ਇੰਡੀਵਿਜੂਅਲ ਤੌਰ ਤੇ ਵੀ ਕੁਝ ਕਰਨ ਲਈ ਮੋਟੀਵੇਟ ਕਰਦੇ ਹਾਂ, ਤੇ ਬੱਚਾ ਗਰੁੱਪ ਦੇ ਵਿੱਚ ਵੀ ਕੁਝ ਨਾ ਕੁਝ ਹਮੇਸ਼ਾ ਕਰਨ ਦੀ ਕੋਸ਼ਿਸ਼ ਕਰਦਾ। ਤਾਂ ਅਸੀਂ ਬੱਚੇ ਦੀ ਇਸ ਸਕਿੱਲ ਨੂੰ ਡਿਵੈਲਪ ਕਰਦੇ ਹਾਂ ਤਾਂ ਜੋ ਉਹ ਇੰਡੀਵਿਜੂਅਲ ਤੌਰ ਤੇ ਕੋਈ ਪ੍ਰੋਬਲਮ ਆਉਂਦੀ ਹੈ ਉਹਨੂੰ ਸੋਲਵ ਤਾਂ ਕਰਦਾ ਹੀ ਕਰਦਾ ਹੈ, ਤੇ ਜੇ ਗਰੁੱਪ ਵਿੱਚ ਵੀ ਉਹਨੂੰ ਪ੍ਰੋਬਲਮ ਆਉਂਦੀ ਹੈ ਤਾਂ ਉਹਨੂੰ ਵੀ ਸੋਲਵ ਕਰਨ ਦੀ ਕੋਸ਼ਿਸ਼ ਕਰਦਾ ਹੈ। ਹੁਣ ਗਰੁੱਪ ਦੇ ਵਿੱਚ ਦੋ ਤਰ੍ਹਾਂ ਦੇ ਲੋਕ ਹੁੰਦੇ ਆ, ਇੱਕ ਲੀਡਰ ਹੁੰਦਾ, ਇੱਕ ਫੋਲੋਵਰ ਹੁੰਦਾ। ਹੁਣ ਲੀਡਰ ਕਿੰਨੇ ਬਣਨਾ ਇਹ ਐਜੂਕੇਸ਼ਨ ਤੇ ਡਿਪੈਂਡ ਹੁੰਦਾ ਹੈ। ਉਹਦੀ ਸੋਚ ਕਿਸ ਤਰ੍ਹਾਂ ਦੀ ਹੈਗੀ ਹੈ, ਉਹ ਸਾਰਿਆਂ ਨੂੰ ਨਾਲ ਲੈ ਕੇ ਕਿਸ ਤਰ੍ਹਾਂ ਚੱਲਦਾ ਹੈ, ਦੂਜਿਆਂ ਦੇ ਦੁੱਖ ਸੁੱਖ ਨੂੰ ਕਿਵੇਂ ਸਮਝਦਾ ਹੈ। ਇੱਕ ਲੀਡਰ ਦੇ ਕੁਝ ਗੁਣ ਹੁੰਦੇ ਆ ਜਿਹੜੇ ਉਹ ਦੂਜਿਆਂ ਨੂੰ ਪ੍ਰਭਾਵਿਤ ਕਰਦੇ ਆ। ਠੀਕ ਹੈ, ਉਹ ਗਰੁੱਪ ਦੇ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਆ ਤਾਂ ਉਹਨੂੰ ਹਮੇਸ਼ਾ ਸੋਲਵ ਕਰਨ ਦੀ ਕੋਸ਼ਿਸ਼ ਕਰਦਾ। ਤਾਂ ਕਰਕੇ ਐਜੂਕੇਸ਼ਨ ਨੂੰ ਇੰਟੀਗ੍ਰੇਟਿੰਗ ਜਿਹੜਾ ਪ੍ਰੋਸੈਸ ਦਾ ਵੀ ਆਮ ਤੌਰ ਤੇ ਨਾਮ ਦਿੱਤਾ ਗਿਆ। ਤੀਸਰੇ ਨੰਬਰ ਤੇ ਹੁੰਦਾ ਐਜੂਕੇਸ਼ਨ ਇਹ ਬਾਇਪੋਲਰ ਪ੍ਰੋਸੈਸ। ਹੁਣ ਇਹ ਬਾਇਪੋਲਰ ਪ੍ਰੋਸੈਸ ਦਾ ਕੀ ਮਤਲਬ ਹੈ, ਐਜੂਕੇਸ਼ਨ ਇਹਨੂੰ ਦੋ ਚੀਜ਼ਾਂ ਨੂੰ ਮੇਨ ਮੰਨਿਆ ਗਿਆ, ਟੀਚਰ ਤੇ ਸਟੂਡੈਂਟ। ਹੁਣ ਐਜੂਕੇਸ਼ਨ ਜਿਹੜੀ ਕਿ ਟੀਚਰ ਸਟੂਡੈਂਟ ਨੂੰ ਦਿੰਦਾ, ਸਟੂਡੈਂਟ ਉਸ ਚੀਜ਼ ਨੂੰ ਪ੍ਰਾਪਤ ਕਰਦਾ ਤੇ ਆਪਣੇ ਜੀਵਨ ਵਿੱਚ ਕੁਝ ਨਾ ਕੁਝ ਕਰਨ ਦੀ ਕੋਸ਼ਿਸ਼ ਕਰਦਾ। ਹੁਣ ਜਿਹੜੀ ਐਜੂਕੇਸ਼ਨ ਹੈਗੀ ਇੱਕ ਰਿਲੇਸ਼ਨ ਤੇ ਟਿਕੀ ਹੋਈ ਹੈ। ਕਿਹੜੇ ਰਿਲੇਸ਼ਨ ਤੇ ਟਿਕੀ ਹੋਈ ਹੈ, ਟੀਚਰ ਤੇ ਸਟੂਡੈਂਟ ਦੇ ਰਿਲੇਸ਼ਨ।
जिन्ना वधिया टीचर ते स्टूडेंट का रिलेशन होएगा उन्नी एजुकेशन वधिया जिहड़ी हैगी बाहर निकल के आएगी, बच्चा वधिया कोई सीखने की कोशिश करेगा। एग्जाम्पल के तौर पर मान के चलो बच्चे को कोई प्रॉब्लम है, हम टीचर बच्चे की प्रॉब्लम तो समझेगा जिन्नी देर बच्चा टीचर के नेड़े नहीं आता। जो बच्चा टीचर के नेड़े आएगा, टीचर ना कुछ दुख सुख करेगा, टीचर ना गलबात करेगा, तो टीचर उनके गलबात तो ही जानने की कोशिश करेगा भी बच्चे की स्थिति की है, बच्चा किस प्रॉब्लम है, वो प्रॉब्लम को सॉल्व किमें करना है, वो टीचर के स्टूडेंट के रिलेशन से मेन डिपेंड करता। तां करके इन्हों बाइपोलर प्रोसैस का नाम दिता गया। हम बच्चे की जिन्ना बच्चे के बिहेवियर को चेंज करना है उनके टीचर का बहुत बड़ा योगदान है, जिन्ना कल्चर बारे बच्चे नॉलेज देनी है उनके टीचर का बहुत बड़ा योगदान है, जिन्नियां मॉरल वैल्यूज देनिया ने उनके बारे टीचर का बहुत बड़ा रोल है। इसका मतलब सारिया चीज़ां एक टीचर भी होनिया बहुत जरूरी है। जिन्नी देर एक टीचर में सारिया चीज़ां नहीं है तो उन्नी देर वो बच्चे को सारिया चीज़ां नहीं दस सकता। इसलिए टीचर के स्टूडेंट के रिलेशन में टीचर ने भी उन्नी इंपोर्टेंस दी गई है, तो नाल दी नाल बच्चे को भी उन्नी जी इंपोर्टेंस है सारी की सारी दी गई है। चौथे नंबर पर असं गल करते हैं ट्राईपोलर प्रोसैस, जिन्होंने ट्राईपोलर प्रोसैस अजकल किया जाता है। टीचर तो स्टूडेंट के नाल एनवायरनमेंट में मेन जोड़ा है नाल जोड़िया गया। सानू वातावरण चाहिए कुछ चंगा सीखने लगे, तो वातावरण जोड़ा है सही टीचर के स्टूडेंट के आपसी रिलेशन ने बनाना है। ठीक है, ਹੁਣ ਇਹਦੇ ਵਿੱਚ ਅੱਜ ਕੱਲ੍ਹ ਅਸੀਂ ਜਦੋਂ ਅਸੀਂ ਫਾਰਮਲ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਤਾਂ ਸਾਰੀਆਂ ਚੀਜ਼ਾਂ ਐਨਵਾਇਰਨਮੈਂਟ 'ਤੇ ਜੋੜਦੇ ਹਾਂ। ਕਲਾਸਰੂਮ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਸ਼ਹਿਰ ਤੋਂ ਕਿੰਨੀ ਦੂਰ ਸਕੂਲ ਹੈਗਾ, ਜਿਹੜੇ ਅਗਰ ਕਲਾਸਰੂਮ ਦੇ ਵਿੱਚ ਕਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ, ਕਿ ਚੇਅਰਸ, ਬਲੈਕ ਬੋਰਡ, ਚੌਕ, ਠੀਕ ਹੈ, ਟੀਚਿੰਗ ਏਡਸ ਇਹਨੂੰ ਕਿਵੇਂ ਯੂਜ਼ ਕਰਨਾ ਹੈ, ਇਹ ਸਾਰੀਆਂ ਚੀਜ਼ਾਂ ਐਨਵਾਇਰਨਮੈਂਟ ਨੂੰ ਵਧੀਆ ਬਣਾਉਣ ਲਈ ਯੂਜ਼ ਕੀਤੀਆਂ ਜਾਂਦੀਆਂ ਨੇ। ਕਿ ਅੱਜ ਕੱਲ੍ਹ ਜਿਹੜੀ ਮਾਡਰਨ ਐਜੂਕੇਸ਼ਨ ਵਿੱਚ ਉਹਨੂੰ ਵੀ ਵਿੱਚ एनवायरनमेंट ਨੂੰ ਵੀ ਮੇਨ ਪਾਰਟ ਮੰਨਿਆ ਗਿਆ ਐਜੂਕੇਸ਼ਨ ਨੂੰ ਪ੍ਰਾਪਤ ਕਰਨ ਵਾਸਤੇ। ਤਾਂ ਕਰਕੇ ਇਹਨੂੰ ਟ੍ਰਾਈਪੋਲਰ ਪ੍ਰੋਸੈਸ ਵੀ ਕਿਹਾ ਗਿਆ। ਟ੍ਰਾਈਪੋਲਰ ਦੇ ਵਿੱਚ ਇਹਨੂੰ ਕਿਹੜੇ ਟੀਚਰ, ਸਟੂਡੈਂਟ ਤੇ ਐਨਵਾਇਰਨਮੈਂਟ ਨੂੰ ਤਿੰਨ ਨੂੰ ਇਹਦੇ ਵਿੱਚ ਮੇਨ ਲਿਆ ਗਿਆ। ਉਸ ਤੋਂ ਬਾਅਦ ਐਜੂਕੇਸ਼ਨ ਪ੍ਰੋਸੈਸ ਆਫ ਡਰਾਈਂਗ ਆਊਟ ਦਾ ਬੈਸਟ। ਹੁਣ ਬੱਚੇ ਦੇ ਵਿੱਚ ਜਿਹੜੀ ਚੀਜ਼ ਬੈਸਟ ਹੈ ਉਹਨੂੰ ਬਾਹਰ ਕਿਵੇਂ ਕੱਢਣਾ, ਇਹ ਐਜੂਕੇਸ਼ਨ ਦੱਸਦੀ ਹੈ। ये ट्रेनिंग के द्वारा बाहर करना है, बच्चे को किस तरह की फ्रीडम देनी है, उन्हें टीचर का की रोल है, ठीक है, बच्चे के बेस्ट को किमें बाहर कढ़िया जा सकता है, ये एजुकेशन सारिया की सारिया चीज़ां सानूं दसदी है। हुण एजुकेशन द्वारा बच्चे में जो चीज़ बेस्ट है वो बाहर करना, ये एजुकेशन का मेन जिहड़ा है एम ते ऑब्जेक्टिव हो सकता है। चौथे नंबर पर है एजुकेशन पर्पसफुल प्रोसैस है। हुण पर्पसफुल प्रोसैस की असीं गल करते हैं, इनका कोई ना कोई मीनिंग है एजुकेशन का। मैं अगे भी असीं गल की जो अभी फॉर्मल, इनफॉर्मल ते नॉन फॉर्मल एजुकेशन की गल करते हैं तो उनका कोई ना कोई मीनिंग है एजुकेशन का। जो चीज़ां असीं सिखते जाते हैं उस चीज़ को असीं अपने जीवन के ढालना शुरू कर देंगे हैं। टीचर ते स्टूडेंट जिहड़ा रिलेशन है उनका कोई ना कोई मीनिंग है। बच्चे का बुक्स नाल की रिलेशन है, बच्चे का करिकुलम नाल की रिलेशन है, या करिकुलम का बच्चे के जीवन में की रोल है, या स्कूल के की रोल है, वो एक प्रोसैस है जोड़ा जीवन भर किसी न किसी रूप में आम तौर पर चलता रहता। उन्होंने भी असीं एजुकेशन के नाल सारिया चीज़ों को जोड़ना शुरू कर देते हैं। फिर एजुकेशन ए प्रोसैस ऑफ लिविंग, एक रहन का तरीका है, सानूं दसदा असीं किहड़े तरीके नाल रहना, किवें एडजस्टमेंट करनी है, समाज को असीं नाल लैके किवें चलना है, कल्चर को अडोप्ट किवें करना है। ये कुछ तरीके है ने जिहड़े सानूं आम तौर पर एजुकेशन द्वारा प्राप्त हो गया। तो एजुकेशन साडे जीवन में कुछ किसी न किसी रूप में हमेशा की करती है, प्रभावित करती रहती है। लास्ट है एजुकेशन है कॉन्टीन्यूस एंड लाइफ लॉन्ग प्रोसैस। ये लगातार चलती है एजुकेशन साडे जीवन के विच। ते लाइफ लॉन्ग प्रोसैस का मतलब है पूरी जीवन जिहड़ा है ये एजुकेशन साडे नाल चलती रहती, जिन्नी देर सारी उम्र, जिन्नी देर सारी डेथ नहीं होती, ये जो प्रोसैस है हमेशा साडे जीवन के नाल नाल चलता रहेगा। ये नेचर ऑफ एजुकेशन की असीं हमेशा की गल की। उस तो बाद बच्चे असीं हुण करांगे इंडियन कंसैप्ट ऑफ एजुकेशन, जिहदे असीं महात्मा गांधी की गल की। महात्मा गांधी ने की किया, बाय एजुकेशन आई मीन एन ऑल राउंड ड्राइंग और of the best in the child and man body and spirit। इनदे विच अगे जाके असीं कोशिश करांगे भी उन्हें चाइल्ड बारे की किया है, माइंड बॉडी का की रोल है, आत्मा का की रोल है,
जो चीज़ उहदे च बेस्ट है उहदे विच सारियां चीज़ों का की रोल है, ये असीं अगे जाके कुछ करने की कोशिश करते हैं। हुण जिहड़ी एग्जाम्पल दी है महात्मा गांधी ने, वो आ चार चीज़ों को डिफाइन करती है, जिनके द्वारा महात्मा गांधी ने इंडियन कनसैप्ट विच एजुकेशन का मीनिंग दस्सण की कोशिश की है। पहले नंबर पर क्या है, मीनिंग ऑफ ऑल राउंड, है ना। ऑल राउंड का मीनिंग दस्सण की कोशिश करती भी ऑल राउंड के किहड़ियां चीज़ां आउंदियां ने, बच्चे का सर्वपक्षी जिहड़ा पूर्ण जिहड़ा विकास है वो किहड़े तरीके नाल हुंदा है। बच्चे का सरीरक विकास भी ये जरूरी है महात्मा गांधी के अकॉर्डिंग, उनका भौतिक विकास भी जरूरी है, उनके धर्म का विकास भी जरूरी है, उनका कल्चर का विकास भी जरूरी है, उनका राजनीति का भी जरूरी है, उनकी जिन्हें सोशल जो नीड्स ने उनका जोड़ा विकास है या डिवेलपमेंट उस चीज़ की भी होनी जी है जरूरी है। ये ऑल राउंड मीनिंग की असी आम तौर पर महात्मा गांधी ने गल की भी ऑल राउंड का मीनिंग की है, मतलब जो मनुख है उनके सारे पक्षों का जो विकास करना वो एजुकेशन का पहला मकसद है। दूसरा वो कहना है मीनिंग ऑफ ड्राइंग आउट, हम बाहर कढ़न का की अर्थ है, बाहर कढ़न का बच्चे के जो चीज़ बेस्ट है उस चीज़ को बाहर कढ़ना, इहदा मतलब बच्चे के कुछ ना कुछ जमान लो कुछ अनेट्स पावर होंदियां जिन्होंने हमेशा असी एजुकेशन के द्वारा जानने की कोशिश करते हैं, तो बाहर उस चीज़ को असी बाहर लैके आते हैं एजुकेशन के द्वारा, ट्रेनिंग के द्वारा या किसी तरीके नाल भी असी बाहर लैके आते हैं। तो बाहर कढ़न का अर्थ होंदा है बच्चे में जो चीज़ बेस्ट है उसनों बाहर लैके आना, ये एजुकेशन महात्मा गांधी ने दूसरा मीनिंग दस्सण की कोशिश की है। तीसरा मीनिंग ऑफ द वर्ल्ड बेस्ट इन द चाइल्ड एंड मैन, हुण बच्चे दे विच बेस्ट की है, हुण बच्चे दे विच तीन चीज़ों को बेस्ट मन्निया गया महात्मा गांधी के अकॉर्डिंग, माइंड, बॉडी ते सोल, आत्मा। वो कहता भी बच्चे कि चीज़ पहले नंबर पर बच्चे की जी बॉडी जिवें असीं मॉडर्न एजुकेशन की गल की वो सब तो बेस्ट उन्होंने मेन पार्ट मन्निया गया। शरीर तौर पर असीं किन्ने मजबूत हाँ, सानू शरीर बारे कितनी जानकारी है, ये एजुकेशन का पहला पार्ट है, बाकी सारी चीज़ां शरीर तो बाद च आउंदियां। दूसरे नंबर पर असीं माइंड की गल की आ भी असीं माइंड बारे एजुकेशन का की रोल है, जिवें आपां पहलां भी मॉडर्न एजुकेशन के गल की सी, एजुकेशन माइंड लई की कर रही है, सोचण लई किवें मजबूत कर रही है, कल्पना शक्ति का किवें विकास कर रही है, किहड़ियां चीज़ां हैगियां ने जिहड़ियां मनुख की समझ नूं वधाउंदियां ने, एजुकेशन ट्रेनिंग के किहड़े पार्ट्स है जिहड़ी उनकी नॉलेज दे विच वाधा करदे आ, तां करके एजुकेशन माइंड वास्ते भी बहुत सारी चीज़ां जिहड़ी है वो कर रही है, ये भी इनका बेस्ट पार्ट मन्निया गया। तीसरे नंबर पर असीं गल की सोल, आत्मा की गल असीं कीती है, क्योंकि आत्मा नूं परमात्मा नाल हमेशा जानने की कोशिश की है, तो पुरानी जिन्नी भी एजुकेशन की असीं गल की है वो अध्यात्मकता ते सारी एजुकेशन जी है उन्हें पे जोर दिता गया सी, तां करके असीं आत्मा की गल की भी एजुकेशन मनुख दे असीं कहने ना अगले जन्म लई की कर रही है, जां उन्होंने परमात्मा नाल जोड़न लई एजुकेशन की कर रही है, आत्मा का साडे जीवन विच की रोल है, आत्मा ते परमात्मा का मेल किहड़े तरीके नाल हुंदा है, ये सारियां चीज़ां जिहड़ी सानूं एजुकेशन हमेशा दस्सण की कोशिश करती है। तां करके एजुकेशन दे विच तीन जिहड़ियां चीज़ां नूं बेस्ट मन्निया गया, बॉडी, माइंड ते सोल, ये तीन चीज़ों लिए एजुकेशन इहदा मतलब जे एजुकेशन वर्क करेगी इन्हां तीनों चीज़ों को मुख रख के वर्क करेगी, कोई भी ये प्रोसैस चलता है वो इन तीन चीज़ों का मेन ख्याल रखा जाएगा। लास्ट ये चाहता सी बच्चे हाउ टू ड्रा आउट द बेस्ट, हुण उहदे च जिहड़ा बेस्ट उहनूं बाहर किवें कढिया जाए, अगे भी कहा टीचर ते स्टूडेंट का रिलेशन जिहड़ा है मेन मन्निया गया। हुण टीचर ते स्टूडेंट का रिलेशन किस तरह मेन मन्निया गया, जिन्ना टीचर ते स्टूडेंट नेड़े आउणगे उन्ना टीचर बच्चे लिए जानने की कोशिश करता है, बच्चा उनके टीचर उनके हिरदे नूं छूंदा है, उनके हिरदे दे नाल जुड़दा है, उनकी सोच दे नाल जुड़दा है, उनकी आत्मा दे नाल जुड़दा है। जिन्नी देर असीं उनके नेड़े नहीं आउंदे, उनकी सोच नाल उनकी आत्मा दे नाल नहीं जुड़दे, उन्नी देर असीं बच्चे दे बेस्ट नूं कदे भी बाहर नहीं कर सकते। इहदा मतलब सानूं बच्चे दे विच जो चीज़ बेस्ट है उसनूं बाहर करना है, तो सानूं सब तो पहला बच्चे दे नेड़े जाना पएगा, बच्चे नूं समझना पएगा, ठीक है, उन्होंने उस तरह के मौके देने पैणगे तां जो चीज़ बेस्ट है वो सारिया चीज़ों को बाहर कढ़िया जा सके। तां करके महात्मा गांधी ने इंडियन कंसैप्ट के 4 पॉइंट दिते आ, पहला जिवें मीनिंग ऑफ ऑल राउंड, मीनिंग ऑफ ड्राइंग आउट, मीनिंग ऑफ द वर्ल्ड बेस्ट इन द चाइल्ड एंड मैन
ਲਾਸਟ ਹੈਗਾ ਸੀ ਹਾਊ ਟੂ ਡਰਾइंग ਆਊਟ ਦਾ ਬੈਸਟ, ਮਤਲਬ ਕਿ ਵਿਅਕਤੀ ਦੇ ਵਿੱਚੋਂ ਕੋਈ ਵੀ ਚੀਜ਼ ਬੈਸਟ ਜੋ ਬਾਹਰ ਕਿਵੇਂ ਕੱਢੀ ਜਾ ਸਕਦੀ। ਅੱਗੇ ਬੱਚੇ ਪੈਸਟੋਲੋਜੀ ਦੀ ਐਗਜ਼ਾਮਪਲ ਆ ਗਈ ਹੈ ਵੈਸਟਰਨ ਕਨਸੈਪਟ ਆਫ ਐਜੂਕੇਸ਼ਨ। ਉਹ ਕਹਿੰਦਾ ਐਜੂਕੇਸ਼ਨ ਇਜ਼ ਨੈਚੁਰਲ ਹਾਰਮੋਨੀਅਸ ਐਂਡ ਪ੍ਰੋਗਰੈਸਿਵ ਡਿਵੈਲਪਮੈਂਟ ਆਫ ਮੈਨ ਐਂਡ ਇਨੇਟ ਪਾਵਰਸ। ਹੁਣ ਇਹਦੇ ਚ ਅੱਗੇ 4 ਪੁਆਇੰਟ ਨੇ ਆਪਣੀ ਪੂਰੀ ਦੀ ਪੂਰੀ ਡੈਫੀਨੇਸ਼ਨ ਦੇ ਵਿੱਚ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ। ਪਹਿਲੇ ਨੰਬਰ ਤੇ ਕਹਿੰਦਾ ਇਨੇਟ ਡਿਵੈਲਪਮੈਂਟ। ਹੁਣ ਇਨੇਟ ਡਿਵੈਲਪਮੈਂਟ ਕੀ ਹੁੰਦੀ ਆ? ਮੈਂ ਕਿਹਾ ਕਿ ਅਸੀਂ ਬੱਚੇ ਦੇ ਵਿੱਚ ਕੁਛ ਨਾ ਕੁਛ ਜਮਾਂਦਰੂ ਕੁਛ ਪਾਵਰਸ ਹੁੰਦੀਆਂ ਜਿਹਨੂੰ ਅਸੀਂ ਇਨੇਟ ਪਾਵਰਸ ਦਾ ਨਾਮ ਲੈਂਦੇ ਹਾਂ। ਇਹਦਾ ਮਤਲਬ ਬੱਚੇ ਦਾ ਜਦੋਂ ਵੀ ਜਨਮ ਹੁੰਦਾ ਕੁਛ ਪਾਵਰ ਉਹ ਆਪਣੇ ਨਾਲ ਲੈ ਕੇ ਪੈਦਾ ਹੁੰਦਾ ਹੈ ਤੇ ਐਜੂਕੇਸ਼ਨ ਦਾ ਮੇਨ ਮਕਸਦ ਕੀ ਹੈਗਾ? ਉਸ ਪਾਵਰ ਨੂੰ ਡਿਵੈਲਪ ਕਰਨਾ ਹੈ। ਕਿਹੜੇ ਤਰੀਕੇ ਨਾਲ ਕਰਨਾ ਹੈ? ਉਹ ਐਜੂਕੇਸ਼ਨ ਦਾ ਮੇਨ ਮਕਸਦ ਹੈ। ਉਹਦੇ ਉਹ ਬੱਚਾ ਇੰਟੈਲੀਜੈਂਟ ਹੋ ਸਕਦਾ ਹੈ, ਬੱਚੇ ਨੂੰ ਕੋਈ ਪ੍ਰੋਬਲਮ ਵੀ ਹੋ ਸਕਦੀ ਹੈ, ਠੀਕ ਹੈ। ਬੱਚੇ ਦੇ ਜਮਾਨ ਨੂੰ ਕੋਈ ਵੀ ਗੁਣ ਹੋ ਸਕਦਾ, ਬੱਚਾ ਚੰਗਾ ਪਲੇਅਰ ਹੋ ਸਕਦਾ ਹੈ, ਬੱਚਾ ਚੰਗਾ ਸਿੰਗਰ ਹੋ ਸਕਦਾ ਹੈ। ਮਤਲਬ ਕਿ ਇਨੇਟ ਪਾਵਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਠੀਕ ਹੈ। ਉਹਦੇ ਨੇਚਰ ਨੂੰ ਲੈ ਕੇ ਵੀ ਸਾਰੀਆਂ ਚੀਜ਼ਾਂ ਹੋ ਸਕਦੀਆਂ, ਠੀਕ ਹੈ। ਉਹ ਇੱਕ ਚੰਗਾ ਬੁਲਾਰਾ ਵੀ ਹੋ ਸਕਦਾ ਬੱਚਾ। ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੇ 'ਚ ਬੈਸਟ ਹੈਗੀਆਂ ਨੇ, ਉਹਨੂੰ ਬਾਹਰ ਕਿਵੇਂ ਲੈ ਕੇ ਆਉਣਾ, ਜਿਹੜੀ ਉਹਦੀ ਇਨੇਟ ਪਾਵਰ ਹੈਗੀ ਹੈ ਉਹਨੂੰ ਕਿਵੇਂ ਬਾਹਰ ਲੈ ਕੇ ਆਉਣਾ, ਇਹ ਐਜੂਕੇਸ਼ਨ ਦਾ ਜਿਹੜਾ ਪ੍ਰੋਸੈਸ ਹੈ ਉਹ ਸਾਰੀਆਂ ਚੀਜ਼ਾਂ ਦੱਸਦਾ ਹੈ। ਦੂਸਰੇ ਨੰਬਰ ਤੇ ਉਹ ਕਹਿੰਦਾ ਨੈਚੁਰਲ ਡਿਵੈਲਪਮੈਂਟ। ਪੈਸਟੋਲੋਜੀ ਕਹਿੰਦਾ ਵੀ ਬੱਚੇ ਦੀ ਜਿਹੜੀ ਨੈਚੁਰਲ ਡਿਵੈਲਪਮੈਂਟ ਜਿਹੜੀ ਹੈਗੀ ਉਹ ਕਿਹੜੇ ਤਰੀਕੇ ਨਾਲ ਹੁੰਦੀ ਹੈ। ਹੁਣ ਨੈਚੁਰਲ ਡਿਵੈਲਪਮੈਂਟ ਦੇ ਵਿੱਚ ਆਪਾਂ ਹਮੇਸ਼ਾ ਕਰਦੇ ਹਾਂ ਕੁਝ ਜਿਹੜੀਆਂ ਬੱਚਾ ਨੇਚਰ ਦੇ ਅਕੋਰਡਿੰਗ ਚੀਜ਼ਾਂ ਕਰਨੀਆਂ ਸਿੱਖਦਾ। ਜਿਵੇਂ ਬੱਚਾ ਬੋਲਣਾ ਨੇਚਰ ਦੇ ਅਕੋਰਡਿੰਗ ਸਿੱਖਦਾ, ਬੱਚਾ ਖਾਣਾ ਨੇਚਰ ਦੇ ਅਕੋਰਡਿੰਗ ਸਿੱਖਦਾ, ਬੱਚਾ ਪਹਿਨਣਾ ਹੌਲੀ ਹੌਲੀ ਨੇਚਰ ਦੇ ਅਕੋਰਡਿੰਗ ਸਿੱਖਦਾ, ਠੀਕ ਹੈ। ਬੱਚਾ ਰਿਲੇਸ਼ਨ ਜਿਹੜਾ ਹੈਗਾ ਹੌਲੀ ਹੌਲੀ ਨੇਚਰ ਦੇ ਅਕੋਰਡਿੰਗ ਸਿੱਖਦਾ। ਕੁਝ ਨੈਚੁਰਲ ਜਿਹੜੀ ਡਿਵੈਲਪਮੈਂਟ ਹੈਗੀ ਹੈ ਜਿਹੜੀ ਬੱਚਾ ਆਮ ਤੌਰ ਤੇ ਕਰਨ ਦੀ ਕੋਸ਼ਿਸ਼ ਕਰਦਾ। ਹੁਣ ਨੈਚੁਰਲ ਡਿਵੈਲਪਮੈਂਟ ਦੇ ਵਿੱਚ ਅਸੀਂ ਹਮੇਸ਼ਾ ਗੱਲ ਕਰਦੇ ਹਾਂ, ਠੀਕ ਹੈ। ਬੱਚਾ ਜਿਹੜਾ ਹੈ ਛੋਟਾ ਬੱਚਾ ਹੈ ਉਹਨੂੰ ਬਹੁਤ ਸਾਰੀਆਂ ਜਿਹੜੀ ਹੈਗੇ ਨੇ ਨੈਚੁਰਲ ਚੀਜ਼ਾਂ ਹੁੰਦੀਆਂ ਨੇ, ਠੀਕ ਹੈ। ਉਹਦਾ ਸਰੀਰ ਦਾ ਵਾਧਾ ਕਿਹੜੇ ਤਰੀਕੇ ਨਾਲ ਹੁੰਦਾ ਹੈ, ਉਹ ਭਾਸ਼ਾ ਨੂੰ ਕਿਵੇਂ ਸਿੱਖਦਾ ਹੈ, ਠੀਕ ਹੈ। ਉਹ ਪਹਿਨਣਾ ਕਿਵੇਂ ਸਿੱਖਦਾ ਹੈ, ਉਹ ਰਿਲੇਸ਼ਨ ਨੂੰ ਕਿਵੇਂ ਸਿੱਖਦਾ ਹੈ, ਇਹ ਨੈਚੁਰਲ ਡਿਵੈਲਪਮੈਂਟ ਦੇ ਵਿੱਚ ਚੀਜ਼ਾਂ ਆ ਜਾਂਦੀਆਂ। ਫਿਰ ਬੱਚਾ ਜਿਵੇਂ ਅਡੋਲਸੈਂਸ ਪੀਰੀਅਡ ਵਿੱਚ ਆਉਂਦਾ ਹੈ, ਜਿਹੜੇ ਉਹਦੇ ਸਰੀਰ ਦੇ ਵਿੱਚ ਨੈਚੁਰਲ ਪਰਿਵਰਤਨ ਹੁੰਦੇ ਆ, ਉਹ ਸਾਰੇ ਦੇ ਸਾਰੇ ਪਰਿਵਰਤਨ ਨੂੰ ਬੱਚਾ ਐਜੂਕੇਸ਼ਨ ਦੁਆਰਾ ਕਿਵੇਂ ਜਾਣਨ ਦੀ ਕੋਸ਼ਿਸ਼ ਕਰਦਾ ਹੈ। ਕਈ ਵਾਰੀ ਸਾਡੇ ਹਾਈਟ ਜਿਹੜੀ ਹੈਗੀ ਹੈ ਬਹੁਤ ਜ਼ਿਆਦਾ ਹੋ ਜਾਂਦੀ ਆ, ਉਹ ਨੈਚੁਰਲ ਡਿਵੈਲਪਮੈਂਟ ਦੇ ਵਿੱਚ ਆਉਂਦਾ ਹੈ। ਅਸੀਂ ਨੈਚੁਰਲ ਡਿਵੈਲਪਮੈਂਟ ਦੇ ਕਈ ਜੇ ਕਿਸੇ ਨਾਲ ਗੁੱਸਾ ਕਰਦੇ ਹਾਂ ਉਹ ਇਸ ਅਡੋਲਸੈਂਸ ਪੀਰੀਅਡ ਵਿੱਚ ਬਹੁਤ ਜ਼ਿਆਦਾ ਕਰਦੇ ਹਾਂ, ਜੇ ਕਿਸੇ ਨੂੰ ਪਿਆਰ ਕਰਦੇ ਹਾਂ ਬਹੁਤ ਜ਼ਿਆਦਾ ਕਰਦੇ ਹਾਂ, ਜੇ ਅਸੀਂ ਫਰੈਂਡ ਸਰਕਲ ਬਣਾਉਂਦੇ ਹਾਂ ਤਾਂ ਉਹਨੂੰ ਇੰਨਾ ਅਸੀਂ ਕਲੋਜ਼ ਉਸ ਵਿਅਕਤੀ ਨੂੰ ਕਰ ਲੈਂਦੇ ਹਾਂ ਕਿ ਜਦੋਂ ਉਹ ਸਾਡੇ ਤੋਂ ਦੂਰ ਜਾਂਦਾ ਤਾਂ ਸਾਨੂੰ ਉਸ ਚੀਜ਼ ਦੀ ਬਹੁਤ ਅਸੀਂ ਕਹਿੰਦੇ ਨਾ ਜਿਵੇਂ ਸਾਡੇ ਮਨ ਤੇ ਜਾਂ ਸਾਡੇ ਮਾਈਂਡ ਤੇ ਉਸ ਚੀਜ਼ ਦਾ ਬਹੁਤ ਅਸਰ ਪੈਂਦਾ ਹੈ। ਇਹ ਸਾਰੀਆਂ ਚੀਜ਼ਾਂ ਨੈਚੁਰਲ ਹੈਗੀਆਂ ਜਿਹੜੀਆਂ ਅਡੋਲਸੈਂਸ ਪੀਰੀਅਡ ਦੇ ਵਿੱਚ ਆਉਂਦੀਆਂ। ਇਹਨਾਂ ਮਤਲਬ ਜੀਵਨ ਦੇ ਵਿੱਚ ਬੱਚੇ ਦੇ ਨੈਚੁਰਲ ਜਿਹੜੇ ਪਰਿਵਰਤਨ ਹੈਗੇ ਆ ਉਹ ਵੀ ਜ਼ਰੂਰੀ ਹੁੰਦੇ ਆ ਤੇ ਐਜੂਕੇਸ਼ਨ ਦੁਆਰਾ ਉਹਨਾਂ ਪਰਿਵਰਤਨਾਂ ਨੂੰ ਅਸੀਂ ਜਾਣਨ ਦੀ ਹਮੇਸ਼ਾ ਕੋਸ਼ਿਸ਼ ਕਰਦੇ ਹਾਂ। ਤੀਸਰੇ ਨੰਬਰ ਤੇ ਆਉਂਦਾ ਹਾਰਮੋਨੀਅਸ ਡਿਵੈਲਪਮੈਂਟ। ਹੁਣ ਹਾਰਮੋਨੀਅਸ ਡਿਵੈਲਪਮੈਂਟ ਦਾ ਮਤਲਬ ਕੀ ਹੈਗਾ? ਬੱਚੇ ਦਾ ਸੰਤੁਲਿਤ ਵਿਕਾਸ। ਜਿਵੇਂ ਅਸੀਂ ਆਲ-ਰਾਊਂਡ ਡਿਵੈਲਪਮੈਂਟ ਦੀ ਗੱਲ ਕੀਤੀ ਸੀ ਤੇ ਇਵੇਂ ਹਾਰਮੋਨੀਅਸ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ। ਹੁਣ ਸੰਤੁਲਿਤ ਵਿਕਾਸ ਕਿਵੇਂ ਬਣਦਾ ਹੈ? ਮੈਂ ਅੱਗੇ ਵੀ ਕਿਹਾ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ, ਸਾਡਾ ਸਰੀਰਕ ਵਿਕਾਸ, ਸਾਡਾ ਬੌਧਿਕ ਵਿਕਾਸ, ਸਾਡਾ ਮਾਨਸਿਕ ਵਿਕਾਸ, ਸਾਡਾ ਕਲਚਰਲ ਵਿਕਾਸ, ਸਾਡਾ ਮੋਰਲ ਵੈਲਿਊਜ਼, ਇਹ ਸਾਰੀਆਂ ਚੀਜ਼ਾਂ ਸਾਡੇ ਵਿੱਚ ਜਦੋਂ ਆਉਣੀਆਂ ਸ਼ੁਰੂ ਹੁੰਦੀਆਂ ਨੇ ਤਾਂ ਸਾਡਾ ਜਿਹੜਾ ਹਾਰਮੋਨੀਅਸ ਡਿਵੈਲਪਮੈਂਟ ਆਪਣੇ ਆਪ ਹੋਣੀ ਸ਼ੁਰੂ ਹੋ ਜਾਂਦੀ। ਸਾਡਾ ਸੰਤੁਲਿਤ ਜਿਹੜਾ ਵਿਕਾਸ ਹੈ ਉਹ ਕਦੋਂ ਬਣਦਾ? ਜਦੋਂ ਇਹ ਸਾਰੀਆਂ ਚੀਜ਼ਾਂ ਸਾਡੇ ਵਿੱਚ ਹੁੰਦੀਆਂ। ਸਾਡਾ ਸੋਸ਼ਲੀ ਡਿਵੈਲਪਮੈਂਟ ਦੀ ਅਸੀਂ ਗੱਲ ਕਰਦੇ ਹਾਂ, ਅਸੀਂ ਰਾਜਨੀਤੀ ਦੀ ਅਸੀਂ ਗੱਲ ਕਰਦੇ ਹਾਂ, ਅਸੀਂ ਧਰਮ ਦੀ ਗੱਲ ਕਰਦੇ ਹਾਂ, ਅਸੀਂ ਕਲਚਰ ਦੀ ਗੱਲ ਕਰਦੇ ਹਾਂ, ਅਸੀਂ ਆਪਣੇ ਇਮੋਸ਼ਨ ਦੀ ਗੱਲ ਕਰਦੇ ਹਾਂ, ਅਸੀਂ ਬੋਡੀ ਦੀ ਗੱਲ ਕਰਦੇ ਹਾਂ। ਇਹ ਸਾਰੀਆਂ ਚੀਜ਼ਾਂ ਸਾਡੇ ਵਿੱਚ ਹੋਣੀਆਂ ਜ਼ਰੂਰੀ ਨੇ ਤਾਂ ਹੀ ਇੱਕ ਵਿਅਕਤੀ ਦਾ ਇੱਕ ਬੱਚੇ ਦਾ ਜਿਹੜਾ ਸੰਤੁਲਿਤ ਵਿਕਾਸ ਹੈ ਉਹ ਸਹੀ ਤਰੀਕੇ ਨਾਲ ਹੋ ਸਕਦਾ ਹੈ। ਤੇ ਲਾਸਟ ਪੁਆਇੰਟ ਬੱਚੇ ਇਹਦੇ ਚ ਹੈਗਾ ਸੀ ਪ੍ਰੋਗਰੈਸਿਵ ਡਿਵੈਲਪਮੈਂਟ। ਹੁਣ ਪ੍ਰਗਤੀਸ਼ੀਲ ਵਿਕਾਸ ਕਿਵੇਂ ਹੁੰਦਾ? ਬੱਚੇ ਦੀ ਪ੍ਰੋਗਰੈਸ ਜਿਹੜੀ ਹੈਗੀ ਉਹ ਹਮੇਸ਼ਾ ਹੁੰਦੀ ਰਹਿੰਦੀ ਹੈ। ਜਨਮ ਤੋਂ ਜਿਹੜੀ ਪ੍ਰੋਗਰੈਸ ਹੈਗੀ ਉਹਦੀ ਸਟਾਰਟ ਹੁੰਦੀ ਜਾਂਦੀ ਹੈ ਤੇ ਜਿੰਨੀ ਦੇਰ ਉਹਦੀ ਡੈਥ ਹੋਏਗੀ ਉਨੀ ਦੇਰ ਉਹਦੀ ਪ੍ਰੋਗਰੈਸ ਹੁੰਦੀ ਰਹਿੰਦੀ ਹੈ। ਤੇ ਇਹਦੇ ਵਿੱਚ ਜਿੰਨੇ ਜਿਹੜੇ ਪੜਾਅ ਆ ਗਿਆ ਉਹਨੂੰ ਅਸੀਂ ਡਿਵੈਲਪ ਕਿਵੇਂ ਕਰਨਾ? ਇਹ ਐਜੂਕੇਸ਼ਨ ਦੇ ਦੁਆਰਾ ਅਸੀਂ ਡਿਵੈਲਪ ਕਰਨਾ। ਤਾਂ ਕਰਕੇ ਪ੍ਰੋਗਰੈਸਿਵ ਡਿਵੈਲਪਮੈਂਟ ਦਾ ਉਹਨੂੰ ਨਾਮ ਦਿੱਤਾ ਗਿਆ। ਇਹਦਾ ਮਤਲਬ ਬੱਚੇ ਦੀ ਜਿਹੜੀ ਥਰਡੇ ਲੈਵਲ ਤੋਂ ਜਿਹੜੀ ਪ੍ਰੋਗਰੈਸ ਹੈ ਉਹ ਸਟਾਰਟ ਹੁੰਦੀ ਹੈ। ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਜਾਂਦਾ ਉਹਦੀ ਪ੍ਰੋਗਰੈਸ ਜਿਹੜੀ ਹੈਗੀ ਹੈ ਜਿਵੇਂ ਉਹਦੀ ਨੀਡਸ ਹੋਣਗੀਆਂ ਉਸ ਤਰੀਕੇ ਦੀ ਉਹਦੀ ਜਿਹੜੀ ਪ੍ਰੋਗਰੈਸ ਹੁੰਦੀ ਹੈ ਉਹ ਸਟਾਰਟ ਹੋਣੀ ਸਾਰੀ ਦੀ ਸਾਰੀ ਸ਼ੁਰੂ ਹੋ ਜਾਂਦੀ। ਤਾਂ ਕਰਕੇ ਜਿੰਨੀ ਦੇਰ ਬੱਚੇ ਦੀ ਡੈਥ ਹੁੰਦੀ ਤੇ ਜਿਹੜੀ ਪ੍ਰੋਗਰੈਸ ਹੁੰਦੀ ਹੈ ਇਹ ਹਮੇਸ਼ਾ ਨਾਲ ਚੱਲਦੀ ਹੈ। ਠੀਕ ਹੈ ਬੱਚੇ, ਇਹ ਆਪਣਾ ਅੱਜ ਦਾ ਟੌਪਿਕ ਸੀ ਮੀਨਿੰਗ ਐਂਡ ਕਨਸੈਪਟ ਆਫ ਐਜੂਕੇਸ਼ਨ, ਜਿਹਦੇ 'ਚ ਆਪਾਂ ਇੰਡੀਅਨ ਤੇ ਵੈਸਟਰਨ ਕਨਸੈਪਟ ਬਾਰੇ ਕੁਝ ਥੋੜਾ ਜਿਹਾ ਜਾਣਨ ਦੀ ਕੋਸ਼ਿਸ਼ ਕੀਤੀ। ਠੀਕ ਹੈ।